ਭਗਦੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਮੋਹਾਲੀ ਤੋਂ ਸਰਦੀਪ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਡਿਬੇਟ ਨੰਬਰ 1 ਚ ਗੱਲ ਕਰਾਂਗੇ ਭਾਰਤ ਦੀ ਰਾਜਨੀਤੀ ਤੋਂ ਰਿਲੇਟਡ ਕੁਝ ਮੁੱਦਿਆਂ ਨਾਲ, ਤੇ ਡਿਬੇਟ ਨੰਬਰ 2 ਚ ਡਿਸਕਸ ਕਰਾਂਗੇ ਪੰਜਾਬ ਦੀ ਰਾਜਨੀਤੀ ਤੋਂ ਡਿਸਕਸ ਕੁਝ ਮੁੱਦੇ। ਡਿਬੇਟ ਨੰਬਰ 1 ਜਿੱਦਾਂ ਕਿ ਅਸੀਂ ਸਾਰੇ ਹੀ ਜਾਣਦੇ ਆ ਕਿ ਯੂਪੀ ਦੀ ਇਲੈਕਸ਼ਨ ਦਾ ਸੈਕੰਡ ਫੇਜ਼ ਕੱਲ ਪੂਰਾ ਹੋ ਗਿਆ। ਨਾਲ ਹੀ ਉੱਤਰਾਖੰਡ ਦੇ ਵਿੱਚ ਵੀ ਇਲੈਕਸ਼ਨ ਹੋਈ। ਯੂਪੀ ਦੀ ਇਲੈਕਸ਼ਨ ਕਾਫੀ ਇੰਪੋਰਟੈਂਟ ਹੈ, ਤੁਸੀਂ ਸਾਰੇ ਜਾਣਦੇ ਜੋ। ਉਹ ਬਾਰ-ਬਾਰ ਇੱਕ ਉਹੀ ਸ਼ਬਦ ਅਸੀਂ ਰਿਪੀਟ ਨਹੀਂ ਕਰਾਂਗੇ। ਕਈ ਵਾਰ ਜਦੋਂ ਉਹੀ ਗੱਲ ਕਰੀ ਜਾਈਦੀ ਆ ਤੇ ਦਰਸ਼ਕ ਵੀ ਬੋਰ ਹੋਣ ਲੱਗ ਜਾਂਦੇ ਆ। ਉੱਤਰਾਖੰਡ ਦੀ ਇਲੈਕਸ਼ਨ ਵੀ ਕੱਲ ਪੂਰੀ ਹੋਈ। ਰਿਕਾਰਡ ਤੋੜ ਵੋਟਿੰਗ ਹੋਈ ਆ ਉੱਤਰਾਖੰਡ ਦੀ ਇਲੈਕਸ਼ਨ ਵਿੱਚ। ਜਦੋਂ ਵੀ ਅਸੀਂ ਇਲੈਕਸ਼ਨ ਦੀ ਗੱਲ ਕਰਦੇ ਆ ਹਮੇਸ਼ਾ ਹੀ ਇਹਨੂੰ ਕਾਂਗਰਸ, ਆਮ ਆਦਮੀ ਪਾਰਟੀ ਜਾਂ ਫਿਰ ਨਰਿੰਦਰ ਮੋਦੀ ਜਾਂ ਬੀਜੇਪੀ ਨਾਲ ਮਿਲਾ ਕੇ ਦੇਖਿਆ ਜਾਂਦਾ ਵਾ ਕਿ ਕਿਸ ਤਰ੍ਹਾਂ ਇਹ ਇਲੈਕਸ਼ਨ ਨੂੰ ਅਸੀਂ 2019 ਦਾ ਸੈਮੀਫਾਈਨਲ ਆਖ ਸਕਦੇ ਆ, ਜਾਂ ਫਿਰ ਜੇ ਆਖੀਏ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਅਸੀਂ ਟੈਸਟ ਮੰਨਦੇ ਆ, ਕਿਉਂਕਿ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਚ ਆਉਣ ਚ ਕਾਮਯਾਬ ਨਹੀਂ ਹੁੰਦੀ ਹੈ ਤੇ ਆਮ ਆਦਮੀ ਪਾਰਟੀ ਜੋ ਅੱਗੇ ਆਪਣੇ ਪਲਾਨ ਬਣਾ ਰਹੀ ਹੈ ਰਾਜਸਥਾਨ, ਗੁਜਰਾਤ, ਹਿਮਾਚਲ ਪ੍ਰਦੇਸ਼ ਜਾਣ ਦਾ, ਕਿਤੇ ਨਾ ਕਿਤੇ ਉੱਚ ਜ਼ਰੂਰ ਠੱਲ ਪਊਗੀ। ਜੇ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੀ ਅਸੀਂ ਸਾਰੇ ਹੀ ਜਾਣਦੇ ਆ ਕਿ ਪੰਜਾਬ ਅਤੇ ਯੂਪੀ ਦੀ ਇਲੈਕਸ਼ਨ ਤਾਂ ਲਗਭਗ ਭਾਰ ਰਾਹੁਲ ਗਾਂਧੀ ਦੇ ਉੱਤੇ ਮੋਢਿਆਂ ਦੇ ਉੱਤੇ ਕਾਂਗਰਸ ਪਾਰਟੀ ਵੱਲੋਂ ਛੱਡ ਦਿੱਤਾ ਗਿਆ ਵਾ ਤੇ ਕਾਂਗਰਸ ਪਾਰਟੀ ਵਾਸਤੇ ਵੀ ਇੱਕ ਇਮਤਿਹਾਨ ਦੀ ਘੜੀ ਆ। ਨਰਿੰਦਰ ਮੋਦੀ ਸਾਹਿਬ ਜੋ ਕਿ ਬੀਜੇਪੀ ਪਾਰਟੀ ਛੋਟੇ-ਛੋਟੇ ਮੁਨਸੀਪਲ ਇਲੈਕਸ਼ਨਾਂ ਦਾ ਵੀ ਡੀਮੋਨਟਾਈਜੇਸ਼ਨ ਤੋਂ ਬਾਅਦ ਮੁਨਸੀਪਲ ਇਲੈਕਸ਼ਨਾਂ ਦੀ ਜਿੱਤ ਵਿੱਚ ਵੀ ਡੀਮੋਨਟਾਈਜੇਸ਼ਨ ਤੋਂ ਬਾਅਦ ਉਹਨੂੰ ਆਪਣੀ ਪਾਲਿਸੀ ਦੀ ਜਿੱਤ ਮੰਨਦੇ ਨੇ, ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਇਸ 5 ਸਟੇਟਾਂ ਦੀ ਇਲੈਕਸ਼ਨ ਕਾਫੀ ਇੰਪੋਰਟੈਂਟ ਆ। ਪਰ ਇੱਕ ਹੋਰ ਮੁੱਦੇ ਨਾਲ ਅੱਜ ਮੈਂ ਥੋੜਾ ਜਿਹਾ ਜੋੜ ਕੇ ਦੇਖਣਾ ਚਾਹੂੰਗਾ। ਘੱਟ ਹੀ ਟੀਵੀ ਚੈਨਲ ਇਸ ਮੁੱਦੇ ਬਾਰੇ ਗੱਲ ਕਰ ਰਹੇ ਨੇ, ਪਰ ਗੱਲ ਕਰਾਂਗੇ ਕਿ ਜੀ ਪ੍ਰੈਜ਼ੀਡੈਂਟ ਇਲੈਕਸ਼ਨ ਦੀ 25 ਜੁਲਾਈ 2017 ਨੂੰ ਪ੍ਰੈਜ਼ੀਡੈਂਟ ਇਲੈਕਸ਼ਨ ਹੋਣੀ ਆ। ਜੇ ਅਸੀਂ ਕਹੀਏ ਤੇ ਜੋ ਇੰਡੀਆ ਦਾ ਨਵਾਂ ਪ੍ਰੈਜ਼ੀਡੈਂਟ ਚੁਣਿਆ ਜਾਣਾ ਵਾ, ਮੈਂ ਦਰਸ਼ਕਾਂ ਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਪ੍ਰੈਜ਼ੀਡੈਂਟ ਇਲੈਕਸ਼ਨ ਦਾ ਤਰੀਕਾ ਥੋੜਾ ਜਿਹਾ ਡਿਫਰੈਂਟ ਹੁੰਦਾ ਵਾ। ਐਮਐਲਏ, ਐਮਪੀ ਦੀ ਇਲੈਕਸ਼ਨ ਜਿੱਤ ਕੇ ਆਉਣਾ ਜਾਂ ਨੋਮੀਨੇਸ਼ਨ ਤੋਂ, ਪ੍ਰੈਜ਼ੀਡੈਂਟ ਇਲੈਕਸ਼ਨ ਵਿੱਚ ਜਨਤਾ ਦੇ ਚੁਣੇ ਹੋਏ ਐਮਪੀਸ ਤੇ ਐਮਐਲਏ ਵੋਟ ਪਾਉਂਦੇ ਨੇ। ਤੇ ਜੇ ਮੈਂ ਕਹਾਂ ਤੇ ਲੋਕ ਸਭਾ ਅਤੇ ਰਾਜ ਸਭਾ ਦੇ ਦੋਵੇਂ ਹੀ ਸਦਨਾਂ ਦੇ ਐਮਪੀਸ ਵੋਟ ਪਾਉਂਦੇ ਨੇ ਤੇ ਹਰ ਸਟੇਟ ਦੇ ਐਮਐਲਏਸ ਵੋਟ ਪਾਉਂਦੇ ਨੇ। ਯੂਨੀਅਨ ਟੈਰੀਟਰੀ ਪੌਂਡੀਚੇਰੀ ਅਤੇ ਨਿਊ ਦਿੱਲੀ, ਦੋ ਯੂਨੀਅਨ ਟੈਰੀਟਰੀ ਦੇ ਵੀ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਲੈਜਿਸਲੇਟਿਵ ਅਸੈਂਬਲੀ ਆ ਪੌਂਡੀਚੇਰੀ ਅਤੇ ਨਿਊ ਦਿੱਲੀ, ਉਹਨਾਂ ਦੇ ਵੀ ਐਮਐਲਏ ਵੋਟ ਪਾ ਕੇ ਆਪਣਾ ਆਉਣ ਵਾਲੇ ਪ੍ਰੈਜ਼ੀਡੈਂਟ ਦੀ ਚੋਣ ਵਿੱਚ ਡਿਸਾਈਡ ਕਰਨ ਵਿੱਚ ਕਿ ਕੌਣ ਜਿੱਤੂਗਾ। ਐਮਐਲਏਸ ਦੀ ਵੋਟ ਤੇ ਐਮਪੀਸ ਦੀ ਵੋਟ ਡਿਸਾਈਡ ਕਰਦੀ ਆ। ਥੋੜਾ ਜਿਹਾ ਤਰੀਕਾ ਵੀ ਵੱਖਰਾ ਹੁੰਦਾ ਵਾ। ਉਹ ਸਾਰੇ ਮੁੱਦੇ ਤੇ ਨਿਗਾਹ ਮਾਰਾਂਗੇ। ਪਰ ਤੁਸੀਂ ਵੀ ਸੋਚ ਰਹੇ ਹੋਗੇ ਕਿ ਇੱਕ ਪਾਸੇ ਯੂਪੀ ਉੱਤਰਾਖੰਡ ਦੀ ਇਲੈਕਸ਼ਨ ਚੱਲ ਰਹੀ ਆ, ਦੂਜੇ ਪਾਸੇ ਉਸ ਤੋਂ ਬਾਅਦ ਦਿੱਲੀ ਗੁਰਦੁਆਰਾ ਕਮੇਟੀ ਦੀ ਇਲੈਕਸ਼ਨ ਆਉਣ ਜਾ ਰਹੀ ਆ, ਨਾਲ ਹੀ ਉੜੀਸਾ ਵਿੱਚ ਵੀ ਇਸ ਟਾਈਮ ਪੰਚਾਇਤੀ ਚੁਣਾਵ ਚੱਲ ਰਹੇ ਨੇ, ਮਹਾਰਾਸ਼ਟਰ ਦੇ ਵਿੱਚ ਵੀ, ਮੁੰਬਈ ਦੇ ਵਿੱਚ ਵੀ ਮੁਨਸੀਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਆਉਣ ਜਾ ਰਹੀ ਆ, ਜੋ ਕਿ ਕਾਫੀ ਇੰਪੋਰਟੈਂਟ ਹੋਊਗੀ ਰਾਜਨੀਤਿਕ ਹਲਚਲ ਦੀ। ਜੇ ਗੱਲ ਕਰੀਏ ਮੁਨਸੀਪਲ ਕਾਰਪੋਰੇਸ਼ਨ ਮਹਾਰਾਸ਼ਟਰ ਔਰ ਦਿੱਲੀ ਦੀ ਲਗਭਗ ਪੂਰੇ ਇੰਡੀਆ ਵਿੱਚ ਇਲੈਕਸ਼ਨ ਵਾਚ ਕੀਤੀ ਜਾਂਦੀ ਆ। ਉਸ ਤੋਂ ਬਾਅਦ ਦਿੱਲੀ ਐਮਸੀਡੀ ਇਲੈਕਸ਼ਨਾਂ ਵੀ ਆਉਣ ਵਾਲੀਆਂ ਨੇ। ਤੇ ਮੈਂ ਇਹਨਾਂ ਸਭ ਨੂੰ ਛੱਡ ਕੇ ਪ੍ਰੈਜ਼ੀਡੈਂਟ ਇਲੈਕਸ਼ਨ ਦੀ ਗੱਲ ਕਿਉਂ ਕਰ ਰਿਹਾ ਵਾਂ, ਇਹਦਾ ਥੋੜਾ ਜਿਹਾ ਮੈਂ ਤੁਹਾਨੂੰ ਰੀਜ਼ਨ ਜ਼ਰੂਰ ਸਮਝਾਉਂਗਾ, ਕਿਉਂਕਿ ਪ੍ਰੈਜ਼ੀਡੈਂਟ ਇਲੈਕਸ਼ਨ ਦੀ ਜੋ ਲੌਬਿੰਗ ਆ ਆਲਰੇਡੀ ਸ਼ੁਰੂ ਹੋ ਚੁੱਕੀ ਆ। 5 ਸਟੇਟਾਂ ਜਿੱਥੇ ਹੁਣ ਇਲੈਕਸ਼ਨ ਹੋਣ ਜਾ ਰਹੀ ਆ, ਇਸ ਇਲੈਕਸ਼ਨ ਦਾ ਰਿਜ਼ਲਟ ਵੀ ਕਾਫੀ ਹੱਦ ਤੱਕ ਪ੍ਰੈਜ਼ੀਡੈਂਟ ਕੌਣ ਅਗਲਾ ਇੰਡੀਆ ਦਾ ਪ੍ਰੈਜ਼ੀਡੈਂਟ ਕੌਣ ਹੋਊਗਾ ਤੇ ਡਿਪੈਂਡ ਕਰਦਾ ਵਾ। ਇੱਕ ਇੰਪੋਰਟੈਂਟ ਅਹੁਦਾ ਵਾ ਤੇ ਇੱਕ ਇੰਪੋਰਟੈਂਟ ਇਲੈਕਸ਼ਨ ਆ। ਜੇ ਬੀਜੇਪੀ ਭਾਰੀ ਮਾਤਰਾ ਵਿੱਚ ਇਹਨਾਂ 5 ਸਟੇਟਾਂ ਵਿੱਚ ਜਿੱਤਦੀ ਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਸ਼ਾਇਦ ਬੀਜੇਪੀ ਆਪਣਾ ਨੋਮੀਨੇਟ ਕੀਤਾ ਹੋਇਆ ਕੈਂਡੀਡੇਟ ਨੂੰ ਜਿਤਾਉਣ ਵਿੱਚ ਕਾਮਯਾਬ ਹੋ ਜਾਏ। ਦੂਜੇ ਪਾਸੇ ਜਿੱਥੇ ਕਿ ਵਿਪਕਸ਼ ਕਾਂਗਰਸ ਤੁਸੀਂ ਕਹਿ ਸਕਦੇ ਹੋ ਮੁੱਖ ਵਿਪਕਸ਼ ਪਾਰਟੀ, ਪਰ ਕਾਫੀ ਘੱਟ ਸੀਟਾਂ ਨੇ ਕਾਂਗਰਸ ਕੋਲ ਲੋਕ ਸਭਾ ਵਿੱਚ, ਤੇ ਸ਼ਾਇਦ ਕਾਂਗਰਸ ਕੱਲੀ ਆਪਣਾ ਕੈਂਡੀਡੇਟ ਨਾ ਨੋਮੀਨੇਟ ਕਰ ਸਕੇ। ਪਰ ਵਿਪਕਸ਼ ਜਿੱਦਾਂ ਪਿਛਲੇ ਕੁਝ ਸਮੇਂ ਤੋਂ ਬਿਹੇਵ ਕਰ ਰਿਹਾ ਵਾ, ਸਾਰਾ ਵਿਪਕਸ਼ ਇਕੱਠੇ ਹੋ ਕੇ ਚੱਲਣ ਦੀਆਂ ਗੱਲਾਂ ਕਰ ਰਿਹਾ। ਮੈਂ ਫਿਰ ਦੱਸਦਾ, ਮੈਂ ਸਿਰਫ ਗੱਲਾਂ ਕਰਨ ਦੀ ਗੱਲ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ ਕਿ ਵਿਪਕਸ਼ ਇਕੱਠਾ ਹੋ ਕੇ ਚੱਲ ਰਿਹਾ। ਤੇ ਸ਼ਾਇਦ ਵਿਪਕਸ਼ ਵੀ ਇਕੱਠਾ ਹੋ ਕੇ ਇੱਕ ਕੈਂਡੀਡੇਟ ਨੋਮੀਨੇਟ ਕਰੇ।
ਜੇ ਵਿਪਕਸ਼ ਇਕੱਠਾ ਹੋ ਕੇ ਇੱਕ ਕੈਂਡੀਡੇਟ ਨੋਮੀਨੇਟ ਕਰ ਸਕਦਾ ਹੈ ਤੇ ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਇਲੈਕਸ਼ਨ ਬੀਜੇਪੀ ਵਰਸਸ ਰੈਸਟ ਆਫ ਇੰਡੀਆ ਦੀ ਪੋਲੀਟੀਕਲ ਪਾਰਟੀ ਹੋਊਗੀ ਤੇ ਸ਼ਾਇਦ ਬੀਜੇਪੀ ਨੂੰ ਇੱਕ ਟਫ ਚੈਲੰਜ ਵੀ ਫੇਸ ਕਰਨਾ ਪਵੇ। ਸਰਦੀਪ ਜੀ ਤੁਹਾਡੇ ਤੋਂ ਸ਼ੁਰੂ ਕਰੂੰਗਾ। ਪੰਜੇ ਸਟੇਟਾਂ ਦੀ ਇਲੈਕਸ਼ਨ ਜਿੱਥੇ ਕਿ ਕਈਆਂ ਪੋਲੀਟੀਕਲ ਪਾਰਟੀਆਂ ਦੇ ਫਿਊਚਰ ਡਿਸਾਈਡ ਕਰਨਗੀ, ਉੱਥੇ ਹੀ ਉਹਦਾ ਫਰਕ ਆਉਣ ਵਾਲੇ ਪ੍ਰੈਜ਼ੀਡੈਂਟ ਤੇ ਵੀ ਪਊਗਾ ਜਾਂ ਪ੍ਰੈਜ਼ੀਡੈਂਟ ਕੌਣ ਹੋਊਗਾ ਇੱਥੇ ਵੀ ਪਊਗਾ। ਤੁਹਾਡੇ ਵਿਚਾਰ। ਹਰਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਕੋਈ ਦੇਸ਼ ਦਾ ਰਾਸ਼ਟਰਪਤੀ ਚੁਣ ਲਿਆ ਜਾਂਦਾ ਤਾਂ ਅਸੀਂ ਕਹਿ ਦਿੰਦੇ ਕਿ ਉਹ ਪੂਰੇ ਭਾਰਤ ਦਾ ਨੁਮਾਇੰਦਾ ਹੈ, ਉਹ ਪੂਰੇ ਭਾਰਤ ਨੂੰ ਰਿਪਰੈਜ਼ੈਂਟ ਕਰਦਾ। ਪਰ ਉਹਦੀ ਚੋਣ ਜਦੋਂ ਹੁੰਦੀ ਹੈ ਇਹ ਬਿਲਕੁਲ ਉਹ ਸਿਆਸੀ ਕਤਾਰਬੰਦੀ ਦੇ ਆਧਾਰ ਦੇ ਉੱਤੇ ਕੀਤੀ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਪ੍ਰਧਾਨ ਮੰਤਰੀ ਨੂੰ ਅਸੀਂ ਰਾਜਨੀਤਿਕ ਨੇਤਾ ਦੇ ਬਾਵਜੂਦ ਇਹ ਮੰਨਦੇ ਹਾਂ ਕਿ ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਨੇ, ਪਰ ਇਹ ਬਹੁਤ ਕਲੀਅਰ ਹੁੰਦਾ ਕਿ ਉਹ ਸੱਤਾਧਾਰੀ ਪਾਰਟੀ ਦੀ ਵੱਧ ਤੋਂ ਵੱਧ ਬਹੁਸੰਮਤੀ ਹੁੰਦੀ ਜਾਂ ਜਿਹਨੂੰ ਵੱਧ ਤੋਂ ਵੱਧ ਜਿਹੜੀ ਕਿਸੇ ਗੱਠਜੋੜ ਦੀ ਸ਼ਕਲ ਦੇ ਵਿੱਚ ਸਪੋਰਟ ਹਾਸਲ ਹੁੰਦੀ, ਉਹੀ ਬਣ ਸਕਦਾ ਦੇਸ਼ ਦਾ ਪ੍ਰਧਾਨ ਮੰਤਰੀ। ਇਸੇ ਤਰ੍ਹਾਂ ਜਦੋਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਂਦੀ ਹੈ ਤਾਂ ਜ਼ਾਹਰ ਹੈ ਕਿ ਉਹਦੇ ਵਿੱਚ ਚੋਣ ਹੋਰ ਤਰੀਕੇ ਦੀ ਹੁੰਦੀ ਹੈ। ਜਿਵੇਂ ਲੋਕ ਸਭਾ ਦੇ ਲਈ ਅਸੀਂ ਸਿੱਧੇ ਤੌਰ ਦੇ ਉੱਤੇ ਚੋਣ ਕਰਦੇ ਹਾਂ, ਲੋਕ VOTING ਕਰਦੇ ਨੇ, ਇਸੇ ਤਰ੍ਹਾਂ ਅਸੀਂ MLAs ਦੇ ਲਈ ਲੋਕਾਂ ਦੀ ਡਾਇਰੈਕਟ VOTING ਹੁੰਦੀ ਹੈ। ਇੱਕ ਤਰ੍ਹਾਂ ਨਾਲ ਇਹਨੂੰ ਡਾਇਰੈਕਟ ਡੈਮੋਕ੍ਰੇਸੀ ਕਹਿ ਸਕਦੇ ਹਾਂ। ਪਰ ਜਿੱਥੋਂ ਤੱਕ ਰਾਸ਼ਟਰਪਤੀ ਦੀ ਚੋਣ ਦਾ ਸੰਬੰਧ ਹੈ, ਇਹਦੇ ਵਿੱਚ MLAs ਵੀ ਵੋਟ ਪਾਉਣਗੇ ਹਰ ਸੂਬੇ ਦੀ ਰਾਜਧਾਨੀ ਦੇ ਅੰਦਰ। ਇਹਦੇ ਵਿੱਚ ਰਾਜ ਸਭਾ ਦੇ ਮੈਂਬਰ ਵੀ VOTING ਕਰਨਗੇ, ਇਹਦੇ ਵਿੱਚ ਲੋਕ ਸਭਾ ਦੇ ਮੈਂਬਰ ਵੀ VOTING ਕਰਨਗੇ। ਔਰ ਇਹਨਾਂ ਸਾਰਿਆਂ ਦੀ VOTINਗ ਫਾਈਨਲੀ ਜਿਹੜੀ ਪ੍ਰਤੀਨਿਧਤਾ ਦੇ ਆਧਾਰ ਦੇ ਉੱਤੇ ਅਸੀਂ ਇਹਨੂੰ ਇੱਕ ਤਰ੍ਹਾਂ ਨਾਲ ਵੋਟ ਕਵਾਂਗੇ ਕਿ ਕਿੰਨੇ MLAs ਨੇ ਰਾਸ਼ਟਰਪਤੀ ਦੇ ਹੱਕ ਦੇ ਵਿੱਚ ਵੋਟ ਪਾਈ, ਕਿਹੜੇ ਕਿਹੜੇ ਗਰੁੱਪਾਂ ਨੇ ਰਲ ਕੇ ਇੱਕ ਰਾਸ਼ਟਰਪਤੀ ਨੂੰ ਚੁਣਨ ਦੇ ਵਿੱਚ ਹੈਲਪ ਕੀਤੀ। ਇਹ ਇਸ ਨਤੀਜੇ ਦੇ ਲਿਹਾਜ਼ ਨਾਲ ਕਿਹਾ ਜਾਵੇ ਤਾਂ ਇੰਨੀ ਸਿੰਪਲ ਗੱਲ ਨਹੀਂ ਹੈ ਕਿ ਜਿਹਦੀ ਲੋਕ ਸਭਾ ਦੇ ਵਿੱਚ ਬਹੁਤ ਸੰਮਤੀ ਹੋਏਗੀ ਉਹ ਲਾਜ਼ਮੀ ਤੌਰ ਤੇ ਰਾਸ਼ਟਰਪਤੀ ਬਣਾ ਲੈਣ ਦੇ ਵਿੱਚ ਸਫਲ ਹੋ ਜਾਣਗੇ, ਕਿਉਂਕਿ ਜੇ ਬਹੁਤ ਸਾਰੇ ਰਾਜਾਂ ਦੇ ਵਿੱਚ ਬਹੁ ਗਿਣਤੀ MLAs ਜਿਹੜੇ ਨੇ ਉਹ ਦੂਸਰੀਆਂ ਪਾਰਟੀਆਂ ਦੇ ਨਾਲ ਚਲੇ ਜਾਂਦੇ ਨੇ ਤਾਂ ਬਿਲਕੁਲ ਰਾਸ਼ਟਰਪਤੀ ਕਿਸੇ ਦੂਸਰੀ ਧਿਰ ਦਾ ਵੀ ਚੁਣਿਆ ਜਾ ਸਕਦਾ। ਤੇ ਇਹਨੂੰ ਤੁਸੀਂ ਇੱਕ ਤਰੀਕੇ ਨਾਲ ਇਹ ਵੀ ਕਹਿ ਸਕਦੇ ਹੋ ਕਿ ਲੋਕ ਸਭਾ ਵਿੱਚ ਬਹੁਤ ਸੰਮਤੀ ਵਾਲੀ ਪਾਰਟੀ ਜਿਵੇਂ ਰਾਜ ਸਭਾ ਦੇ ਵਿੱਚ ਬਹੁਤ ਸੰਮਤੀ ਵਾਲੀ ਪਾਰਟੀ ਨਹੀਂ ਬਣ ਜਾਂਦੀ, ਇਸੇ ਤਰ੍ਹਾਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੀ ਲਾਜ਼ਮੀ ਨਹੀਂ ਹੈ ਕਿ ਜਿਹੜੀ BJP ਆ ਜਾਂ ਜਿਹੜੀ ਬਹੁਤ ਸੰਮਤੀ ਰੱਖਦੀ ਹੈਗੀ ਲੋਕ ਸਭਾ ਦੇ ਵਿੱਚ ਔਰ ਬਹੁਤ ਵੱਡੀ ਬਹੁਤ ਸੰਮਤੀ ਰੱਖਦੀ ਹੈ, ਉਹ ਆਸਾਨੀ ਨਾਲ ਆਪਣਾ ਰਾਸ਼ਟਰਪਤੀ ਬਣਾਉਣ ਦੇ ਵਿੱਚ ਸਫਲ ਹੋ ਜਾਏਗੀ। ਪਰ ਹੋ ਸਕਦਾ ਕਿ ਇਦਾਂ ਦੀ ਕੋਈ ਕੋਸ਼ਿਸ਼ ਕੀਤੀ ਜਾਵੇ ਜਿਵੇਂ ਅਬਦੁਲ ਕਲਾਮ ਨੂੰ ਸਾਡੇ ਦੇਸ਼ ਦੇ ਵਿੱਚ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਪੇਸ਼ ਕਰ ਲਿਆ ਸੀ ਔਰ ਇੱਕ ਮੁਸਲਮਾਨ ਕੈਂਡੀਡੇਟ ਨੂੰ ਜਿਹੜਾ ਬੇਸਿਕਲੀ ਉਸ ਕਿਸਮ ਦਾ ਮੁਸਲਮਾਨ ਨਹੀਂ ਸੀ ਜਿਸ ਕਿਸਮ ਦੇ ਇਸਲਾਮ ਦੇ ਖਿਲਾਫ BJP ਔਰ RSS ਵਾਲੇ ਪ੍ਰਚਾਰ ਕਰਦੇ ਨੇ, ਉਹ ਇੱਕ ਵੱਖਰੀ ਸੁਰ ਵਾਲੇ ਔਰ ਵੱਖਰੀ ਉਹਨਾਂ ਦੀ ਇੱਕ ਪਛਾਣ ਵੀ ਸੀ ਟੈਕਨੀਕਲ ਜਗਤ ਦੇ ਵਿੱਚ। ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵੱਖਰੇ ਅੰਦਾਜ਼ ਦੇ ਵਿੱਚ ਜਾਣਦੇ ਸੀ ਭਾਰਤ ਵਾਸੀ। ਉਹਨਾਂ ਦੀ ਚੋਣ ਕਰਕੇ BJP ਨੇ ਕਾਂਗਰਸ ਦੇ ਹੁੰਦੇ ਹੋਏ ਵੀ ਉਹਨਾਂ ਨੂੰ ਰਾਸ਼ਟਰਪਤੀ ਬਣਾਏ ਜਾਣ ਦੇ ਵਿੱਚ ਕਾਫੀ ਵੱਡੀ ਸਫਲਤਾ ਹਾਸਲ ਕਰ ਲਈ ਸੀ। ਇਸ ਵਾਰ ਵੀ ਸ਼ਾਇਦ ਦੋਨਾਂ ਧਿਰਾਂ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਐਸੇ ਸਾਂਝੇ ਵਿਚਾਰਾਂ ਵਾਲੇ ਵਿਅਕਤੀ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਣ, ਜਿਹੜੇ ਇੱਕ ਆਸਾਨੀ ਦੇ ਨਾਲ ਇੱਕ ਜਾਂ ਦੂਜੀ ਧਿਰ ਨੂੰ ਵਿਅਕਤੀਗਤ ਪੱਧਰ ਉੱਤੇ ਮਨਾਉਣ ਦੇ ਵਿੱਚ ਵੀ ਸਫਲ ਹੋਣ ਕਿ ਘੱਟ ਤੋਂ ਘੱਟ ਇਸ ਕੈਂਡੀਡੇਟ ਨੂੰ ਤਾਂ ਜ਼ਰੂਰ ਦੇਸ਼ ਦਾ ਰਾਸ਼ਟਰਪਤੀ ਬਣਾ ਦੇਣਾ ਚਾਹੀਦਾ। ਬਾਕੀ ਹਾਲੇ ਕਤਾਰਬੰਦੀ ਚੱਲ ਰਹੀ ਹੈ, ਕੈਂਡੀਡੇਟ ਕਿਸ ਕਿਸਮ ਦੇ ਆਉਂਦੇ ਨੇ ਉਹਦੇ ਨਾਲ ਕਤਾਰਬੰਦੀ 'ਚ ਕੀ ਨਵੇਂ ਸਮੀਕਰਨ ਪੈਦਾ ਹੋਣਗੇ ਇਹ ਗੱਲ ਹਾਲੇ ਦੇਖਣ ਵਾਲੀ ਹੈ। ਔਰ ਇਹ ਜਿਹੜੀਆਂ ਰਾਜਾਂ ਦੀਆਂ ਚੋਣਾਂ ਹੋ ਰਹੀਆਂ ਨੇ ਖਾਸ ਕਰਕੇ UP ਦੀਆਂ, ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸਭਾ ਦੇ ਮੈਂਬਰ ਜਿੱਤ ਕੇ ਆਏ ਨੇ BJP ਨਾਲ ਔਰ ਉਸ ਦੂਸਰੇ ਪਾਸੇ BJP ਲਈ ਇੱਕ UP ਬਹੁਤ ਵੱਡਾ ਚੈਲੰਜ ਬਣ ਗਿਆ ਹੈ। ਪੰਜਾਬ ਆਪਣੇ ਆਪ 'ਚ ਚੈਲੰਜ ਹੈ ਔਰ ਪੰਜਾਬ ਉਸ ਤਰ੍ਹਾਂ ਦਾ ਚੈਲੰਜ ਨਹੀਂ ਹੈ। ਹਾਲਾਂਕਿ ਹਾਰ ਪੰਜਾਬ ਦੇ ਵਿੱਚ ਵੀ ਹੋ ਜਾਣਗੇ, ਵੈਸੇ ਵੀ BJP ਕੋਲੇ ਪੰਜਾਬ ਦੇ ਵਿੱਚ ਕੋਈ ਇੰਨੀਆਂ ਸੀਟਾਂ ਨਹੀਂ ਹੁੰਦੀਆਂ MLAs ਦੀਆਂ ਜਿਹਦੇ ਵਿੱਚ ਉਹ ਬਹੁਤ ਵੱਡਾ ਰੋਲ ਪਲੇ ਕਰ ਸਕੇ। ਪਰ UP ਦੀਆਂ ਚੋਣਾਂ ਤੋਂ ਬਾਅਦ ਸੱਚਮੁੱਚ ਰਾਸ਼ਟਰਪਤੀ ਦੀ ਚੋਣ ਵੀ ਇੱਕ ਹੁਣ ਨਾਲੋਂ ਕਿਤੇ ਜ਼ਿਆਦਾ ਦਿਲਚਸਪ ਨਜ਼ਰ ਆਏਗੀ ਜਿਸ ਕਿਸਮ ਦੀ ਪੋਜੀਸ਼ਨ ਅਸੀਂ ਅੱਜ ਦੇਸ਼ ਦੀ ਦੇਖ ਰਹੇ ਹਾਂ। ਜੇ ਅਸੀਂ ਦੇਖੀਏ ਤੇ ਟੋਟਲ ਸੰਖਿਆ MP MLA ਤੇ MPs ਤੇ MLA ਦੀ 4896 ਬਣਦੀ ਆ, ਜਿਹਦੇ ਵਿੱਚੋਂ 776 MP ਰਾਜ ਸਭਾ ਤੇ ਲੋਕ ਸਭਾ ਦੇ ਹੁੰਦੇ ਆ। 4120 MLAs ਨੇ। ਜੋ MP ਦੀ ਵੋਟ ਆ
ਉਹ ਲਗਭਗ ਇੱਕ ਇਕੁਅਲ ਵੋਟ ਆ, ਪਰ ਐਮਐਲਏ ਦੀ ਵੋਟ ਇੱਥੇ ਡਿਫਰੈਂਟ ਤਰੀਕੇ ਨਾਲ ਪੈਂਦੀ ਆ। ਜਿਹੜੇ ਸਟੇਟ ਦੀ ਪੋਪੂਲੇਸ਼ਨ ਜ਼ਿਆਦਾ ਵਾ ਉਸ ਸਟੇਟਾਂ ਦੀ ਉਸ ਐਮਐਲਏ ਦੀ ਵੋਟ ਦੇ ਨੰਬਰ ਜ਼ਿਆਦਾ ਹੁੰਦੇ ਆ। ਜਿੱਦਾਂ ਕਿ ਮੈਂ ਤੁਹਾਨੂੰ ਇੱਥੇ ਐਗਜ਼ਾਮਪਲ ਦਵਾਂ, ਯੂਪੀ ਦੇ ਐਮਐਲਏ ਦੀ ਜੋ ਵੋਟ ਹੋਊਗੀ ਉਹ 208 ਹੋਊਗੀ, ਤੇ ਜੇ ਗੱਲ ਕਰੀਏ ਪੰਜਾਬ ਦੇ ਐਮਐਲਏ ਦੀ ਵੋਟ ਉਹਦੀ 116 ਹੋਊਗੀ, ਉੱਤਰਾਖੰਡ ਦੀ 64 ਹੋਊਗੀ, ਗੋਆ ਦੀ 20 ਵੋਟਾਂ ਹੋਣਗੀਆਂ ਇੱਕ ਐਮਐਲਏ ਦੀ, ਤੇ ਮਨੀਪੁਰ ਦੀ 18 ਹੋਣਗੀਆਂ। ਸਟੇਟ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਐਮਐਲਏ ਦੀ ਵੋਟ ਕਾਊਂਟ ਹੁੰਦੀ ਆ, ਤੇ ਉਹਦੇ ਸਭ ਦੇ ਚੱਲਦੇ ਹੋਏ ਯੂਪੀ ਇੱਕ ਵੱਡਾ ਮੇਜਰ ਰੋਲ ਪਲੇ ਕਰ ਸਕਦਾ ਵਾ। ਪਰ ਥੋੜੀ ਜੀ ਇਹ ਤੇ ਸੀ ਟੈਕਨੀਕਲ ਗੱਲ, ਪਰ ਜੇ ਗੱਲ ਕਰੀਏ ਬੀਜੇਪੀ ਦੀ, ਇਸ ਮੁੱਦੇ ਨੂੰ ਮੈਂ ਥੋੜਾ ਜਿਹਾ ਸਟੇਟ ਇਲੈਕਸ਼ਨ ਨਾਲ ਜ਼ਰੂਰ ਜੋੜਨਾ ਚਾਹੂੰਗਾ। ਹਰਿਆਣਾ ਵਿੱਚ ਬੀਜੇਪੀ ਆਪਣਾ ਚਿਹਰਾ ਲੈ ਕੇ ਨਹੀਂ ਗਈ ਸੀ, ਤੇ ਕਿਤੇ ਨਾ ਕਿਤੇ ਆਰਐਸਐਸ ਦੇ ਜੋ ਆਰਐਸਐਸ ਨਾਲ ਦੇ ਕਾਰਜਕਰਤਾ ਸੀ ਖੱਟਰ ਸਾਹਿਬ, ਉਹਨਾਂ ਨੂੰ ਅਪਾਇੰਟ ਕੀਤਾ ਗਿਆ। ਜਦਕਿ ਜੇ ਕਿ ਹਰਿਆਣੇ ਦੇ ਬੀਜੇਪੀ ਦੇ ਤੁਸੀਂ ਕਿ ਲੀਡਰ ਨੂੰ ਪੁੱਛ ਕੇ ਦੇਖੋ ਜਾਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਪੁੱਛ ਕੇ ਦੇਖੋ, ਤਾਂ ਖੱਟਰ ਸਾਹਿਬ ਸੀਐਮ ਦੀ ਰੇਸ ਵਿੱਚ ਕਦੀ ਵੀ ਨਹੀਂ ਸੀ। ਪਰ ਕਿਤੋਂ ਨਾ ਪਰ ਬੀਜੇਪੀ ਦੀ ਇੱਕ ਅੱਡ ਸਟ੍ਰੈਟਜੀ ਹੁੰਦੀ ਆ, ਤੇ ਅਸੀਂ ਪਿਛਲੇ ਕੁਝ ਸਮੇਂ ਤੋਂ ਜੇ ਦੇਖਣ ਦੀ ਕੋਸ਼ਿਸ਼ ਕਰੀਏ ਤੇ ਆਰਐਸਐਸ ਨਾਲ ਐਸੋਸੀਏਟਡ ਲੀਡਰਸ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸਵਾਲ ਦੌੜਦੇ ਨੇ ਕਿ ਯੂਪੀ ਦੇ ਵਿੱਚ ਵੀ ਬੀਜੇਪੀ ਇਹੀ ਰਣਨੀਤੀ ਰੱਖੂਗੀ, ਨਾਲ ਹੀ ਜੋ ਪ੍ਰੈਜ਼ੀਡੈਂਟ ਇਲੈਕਸ਼ਨ ਦੇ ਵਾਸਤੇ ਲੌਬਿੰਗ ਹੋ ਰਹੀ ਆ ਜਾਂ ਦੂਜੇ ਸਾਰੀਆਂ ਪਾਰਟੀਆਂ ਇਕੱਠੇ ਹੋ ਕੇ ਇੱਕ ਕੈਂਡੀਡੇਟ ਨੋਮੀਨੇਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਕਿਤੇ ਨਾ ਕਿਤੇ ਉਹਦੇ ਵਿੱਚ ਆਰਐਸਐਸ ਦਾ ਕੈਂਡੀਡੇਟ ਪ੍ਰੈਜ਼ੀਡੈਂਟ ਨਾ ਬਣ ਜੇ, ਉਹ ਡਰ ਵੀ ਹੈਗਾ ਵਾ। ਅਜੀਤ ਜੀ। ਹਰਪ੍ਰੀਤ ਜੀ, ਇੱਕ ਤਾਂ ਚੀਜ਼ ਇਹ ਹੈ ਕਿ ਜਿਵੇਂ ਨਤੀਸ਼ ਕੁਮਾਰ ਜੀ ਦਾ ਇੱਕ ਬਿਆਨ ਆਇਆ ਸੀ, ਉਹਨਾਂ ਨੇ ਮੂਵ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪ੍ਰੈਜ਼ੀਡੈਂਟ ਇਲੈਕਸ਼ਨ ਵਾਸਤੇ ਸਾਰੀਆਂ ਪਾਰਟੀਆਂ ਨੂੰ ਇੱਕ ਪਲੇਟਫਾਰਮ ਤੇ, ਜਿਹੜੀਆਂ ਬੀਜੇਪੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਜਾਵੇ। ਇਹਦਾ ਮਤਲਬ ਹੈ ਕਿ ਆਉਣ ਵਾਲੀ ਜਿਹੜੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਹੈ ਉਹ ਕਾਫੀ ਮਹੱਤਵਪੂਰਨ ਹੋਏਗੀ। ਉਹਦੇ ਮਹੱਤਵਪੂਰਨ ਹੋਣ ਦਾ ਕਾਰਨ ਇਹ ਵੀ ਹੈਗਾ ਕਿ ਜਿਵੇਂ ਅਟਲ ਬਿਹਾਰੀ ਵਾਜਪਾਈ ਜਿਹਦੇ ਵੇਲੇ ਹੋਈ ਸੀ, ਉਦੋਂ ਭਾਵੇਂ ਵੱਖ-ਵੱਖ ਖੇਮੇ ਸੀ ਯੂਪੀਏ ਤੇ ਐਨਡੀਏ ਦੇ, ਪਰ ਇਸ ਤਰ੍ਹਾਂ ਦਾ ਤਿੱਖਾ ਵਿਰੋਧ ਉਹਨਾਂ ਦੇ ਵੇਲੇ ਨਹੀਂ ਸੀ। ਔਰ ਉਹਨਾਂ ਨੇ ਜਦੋਂ ਇਹਨਾਂ ਨੂੰ ਅਬਦੁਲ ਕਲਾਮ ਜੀ ਨੂੰ ਉਹਨਾਂ ਦਾ ਨਾਂ ਲਿਆ ਕਿ ਇਹਨਾਂ ਨੂੰ ਬਣਾ ਦਈਏ, ਤੇ ਦੂਜੀਆਂ ਪਾਰਟੀਆਂ ਨੂੰ ਲੱਗਿਆ ਕਿ ਇੱਕ ਤਾਂ ਉਹਨਾਂ ਦਾ ਧਰਮ ਜਿਹੜਾ ਹੈਗਾ ਉਹ ਮੁਸਲਿਮ ਧਰਮ ਹੈ, ਭਾਵੇਂ ਸ਼ਬਦੀਸ਼ ਜੀ ਨੇ ਜਿਵੇਂ ਕਿਹਾ ਉਹ ਕੱਟੜਤਾ ਵਾਲਾ ਉਹਨਾਂ ਦੇ ਵਿਚਾਰ ਕੋਈ ਨਹੀਂ ਸੀ, ਪਰ ਦੂਜੇ ਜ਼ਰੂਰ ਜਿਹੜੀਆਂ ਕਾਂਗਰਸ ਖੇਮੇ ਦੀਆਂ ਪਾਰਟੀਆਂ ਸੀ ਉਹਨਾਂ ਨੂੰ ਲੱਗਿਆ ਕਿ ਜੇ ਅਸੀਂ ਵਿਰੋਧ ਕਰਦੇ ਹਾਂ ਤਾਂ ਸ਼ਾਇਦ ਇਹ ਗਲਤ ਮੈਸੇਜ ਜਾਏਗਾ। ਪਰ ਜਦੋਂ ਦੁਬਾਰਾ ਬੜਾ ਆਪਸ ਦੇ ਵਿੱਚ ਇਹਨਾਂ ਦਾ ਵਿਰੋਧ ਹੋ ਗਿਆ ਸੀ ਪੂਰਾ ਤੇਜ਼, ਉਦੋਂ ਦੁਬਾਰਾ ਜਦੋਂ ਚੋਣ ਪ੍ਰਣਾਬ ਮੁਖਰਜੀ ਸਾਹਿਬ ਦੀ ਵੀ ਹੋਣੀ ਸੀ, ਉਦੋਂ ਵੀ ਬੀਜੇਪੀ ਨੇ ਟਰਾਈ ਕੀਤੀ ਸੀ ਕਿ ਅਬਦੁਲ ਕਲਾਮ ਜੀ ਨੂੰ ਦੁਬਾਰਾ ਜਿਹੜਾ ਹੈਗਾ ਨੋਮੀਨੇਟ ਕੀਤਾ ਜਾਵੇ, ਪਰ ਉਹਨਾਂ ਨੂੰ ਉਹ ਹੁੰਗਾਰਾ ਉਸ ਵਕਤ ਨਹੀਂ ਸੀ ਮਿਲਿਆ ਕਾਂਗਰਸ ਨਾਲ ਖੜੀਆਂ ਪਾਰਟੀਆਂ ਵੱਲੋਂ। ਇਸ ਕਰਕੇ ਉਹਨਾਂ ਨੂੰ ਆਪਣੀ ਜਿਹੜੀ ਮੂਵ ਆ ਉਹ ਤੋਂ ਬੈਕ ਟਰੈਕ ਕਰਨਾ ਪਿਆ ਸੀ। ਸੋ ਆਉਣ ਵਾਲੀਆਂ ਸਮੇਂ ਦੇ ਵਿੱਚ ਵੀ ਕੰਸੈਂਸਸ ਹੋਣ ਦੀ ਬਹੁਤ ਹੀ ਘੱਟ ਸੰਭਾਵਨਾ ਹੈ, ਜਦੋਂ ਤੱਕ ਇਹ ਸਾਹਮਣੇ ਨਾ ਆ ਜਾਏ ਕਿ ਕਲੀਅਰ ਕੱਟ ਜਿਹੜੀ ਹੈਗੀ ਇੱਕ ਧਿਰ ਜਿਹੜੀ ਹੈਗੀ ਉਹ ਪਿਛੜ ਗਈ ਹੈ ਤੇ ਦੂਜੀ ਧਿਰ ਕਲੀਅਰ ਕੱਟ ਆਪਣੇ ਕੈਂਡੀਡੇਟ ਨੂੰ ਬਣਾ ਦੇਣ ਦੀ ਸਮਰੱਥ ਹੈ, ਉਦੋਂ ਤੱਕ ਕੋਈ ਕੰਸੈਂਸਸ ਦੀ ਸੰਭਾਵਨਾ ਤੇ ਲੱਗਦੀ ਨਹੀਂ ਹੈਗੀ। ਇਸੇ ਕਰਕੇ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਯੂਪੀ ਦੀਆਂ ਤੇ ਹੋਰ ਦੂਜੀਆਂ ਜਿਹੜੀਆਂ ਸਟੇਟਾਂ ਦੀ ਇਲੈਕਸ਼ਨ ਮਹੱਤਵਪੂਰਨ ਹੈ, ਇਸੇ ਕਰਕੇ ਬਹੁਤੀ ਮਹੱਤਵਪੂਰਨ ਹੈ ਕਿ ਜਿਸ ਖੇਮੇ ਵੱਲ, ਚਾਹੇ ਕਾਂਗਰਸ ਦੀ ਅਗਵਾਈ ਵਾਲਾ ਖੇਮਾ ਹੋਵੇ ਤੇ ਚਾਹੇ ਇਹ ਬੀਜੇਪੀ ਦੀ ਅਗਵਾਈ ਵਾਲਾ ਹੋਵੇ, ਜੇ ਬਿਲਕੁਲ ਕਲੀਅਰ ਕੱਟ ਇੱਕ ਖੇਮੇ ਦੀ ਤਾਕਤ ਜਿਹੜੀ ਹੈਗੀ ਉਹ ਇੰਨੀ ਨਾ ਹੋਈ ਕਿ ਉਹ ਬਿਲਕੁਲ ਇਹਦੇ ਸਮਰੱਥ ਨੇ ਕਿ ਉਹ ਹਰ ਹਾਲਤ ਵਿੱਚ ਆਪਣੇ ਕੈਂਡੀਡੇਟ ਨੂੰ ਜਿਤਾ ਸਕਦੇ ਨੇ, ਤਦ ਵੀ ਬਹੁਤ ਜ਼ਿਆਦਾ ਸੰਭਾਵਨਾ ਨਹੀਂ ਬਣਦੀ ਕਿ ਇਹਦੇ ਤੇ ਕੋਈ ਇੱਕ ਕਨਸੈਂਸਸ ਹੋ ਜਾਵੇ। ਕਿਉਂਕਿ ਔਰ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਬਹੁਤ ਵਿਰੋਧ ਹੋਵੇ ਔਰ ਜਿਹੜੀ ਦੋਵੇਂ ਧਿਰਾਂ ਇੱਕ ਦੂਜੇ ਤੇ ਕੋਈ ਇਸ ਤਰ੍ਹਾਂ ਦੀ ਸਥਿਤੀ ਨਾ ਹੋਵੇ ਕਿ ਇੱਕ ਧਿਰ ਬਹੁਤ ਭਾਰੂ ਹੈ, ਉਦੋਂ ਪ੍ਰੈਜ਼ੀਡੈਂਟ ਸਾਹਿਬ ਕਿਹੜੀ ਖੇਮੇ ਵਿੱਚੋਂ ਆਉਂਦੇ ਨੇ ਇਹ ਮਹੱਤਵਪੂਰਨ ਹੋ ਜਾਂਦਾ ਹੈ। ਕਿਉਂਕਿ ਜਿਹੜੇ ਸਰਕਾਰ ਨੇ ਫੈਸਲੇ ਲੈਣੇ ਹੁੰਦੇ ਨੇ, ਭਾਵੇਂ
ਉਹ ਅਖੀਰ ਰਾਸ਼ਟਰਪਤੀ ਨੂੰ ਉਹਨਾਂ ਦੇ ਫੈਸਲਿਆਂ ਦੇ ਨਾਲ ਹਾਮੀ ਭਰਨੀ ਪੈਂਦੀ ਹੈ ਇੱਕ ਪ੍ਰੋਸੀਜਰ ਦੇ ਵਿੱਚ ਜਾ ਕੇ। ਪਰ ਫਿਰ ਵੀ ਜੇ ਜੋ ਸਰਕਾਰ ਹੈਗੀ ਆ ਉਹ ਉਸੇ ਖੇਮੇ ਦੇ ਰਾਸ਼ਟਰਪਤੀ ਦੇ ਪਦ ਤੇ ਨਾ ਸੁਸ਼ੋਭਿਤ ਹੋਵੇ ਕੋਈ ਬੰਦਾ, ਤਾਂ ਕਈ ਵਾਰੀ ਔਕਵਰਡ ਪੋਜੀਸ਼ਨ ਜਿਹੜੀ ਹੈਗੀ ਸਰਕਾਰ ਵਾਸਤੇ ਬਣ ਜਾਂਦੀ ਆ। ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲਾਮਬੰਦੀ ਵੀ ਹੋਏਗੀ ਔਰ ਆਉਣ ਵਾਲੀਆਂ ਚੋਣਾਂ ਕਾਫੀ ਮਹੱਤਵਪੂਰਨ ਇਸ ਪੱਖੋਂ ਵੀ ਹੋਣਗੀਆਂ, ਕਿਉਂਕਿ ਜੇ ਰਾਜ ਕਰਦੀ ਪਾਰਟੀ ਆਪਣਾ ਕੈਂਡੀਡੇਟ ਰਾਸ਼ਟਰਪਤੀ ਤੇ ਅਹੁਦੇ ਤੇ ਨਹੀਂ ਬਿਠਾ ਸਕਦੀ, ਭਾਵੇਂ ਤਕਨੀਕੀ ਤੌਰ ਤੇ ਉਹਦੀ ਜਿਹੜੀ ਕੰਮ ਕਰਨ ਦੀ ਜਾਂ ਸਰਕਾਰ ਬਣਾ ਕੇ ਰੱਖਣ ਦੀ ਕਸ਼ਮਤਾ ਹੈ ਉਹਨੂੰ ਉਹ ਪ੍ਰਭਾਵਿਤ ਨਾ ਕਰੇ, ਪਰ ਇੱਕ ਇਹੋ ਜਿਹਾ ਮੈਸੇਜ ਮੁਲਕ ਦੇ ਵਿੱਚ ਜ਼ਰੂਰ ਚਲੇ ਜਾਏਗਾ ਕਿ ਇਹ ਧਿਰ ਜਿਹੜੀ ਹੈਗੀ ਹੈ ਕਮਜ਼ੋਰ ਧਿਰ ਹੋ ਚੁੱਕੀ ਹੈ ਸਿਆਸੀ ਤੌਰ ਤੇ ਅੱਗੇ ਵਾਸਤੇ ਉਹਦੀ ਗੱਲ ਦਾ ਜਿਹੜਾ ਪ੍ਰਭਾਵ ਹੈ ਉਹਦੇ 'ਚ ਫਰਕ ਜ਼ਰੂਰ ਪੈ ਜਾਂਦਾ ਹੈ ਜੀ। ਜੀ ਪਰ ਜਿਹੜਾ ਮੈਂ ਸਵਾਲ ਪੁੱਛਿਆ ਸੀ, ਮੇਰੇ ਖਿਆਲ ਨਹੀਂ ਤੁਸੀਂ ਉਸ ਸਵਾਲ ਦੇ ਕੋਲ ਵੀ ਆਉਣ ਦੀ ਕੋਸ਼ਿਸ਼ ਕੀਤੀ। ਮੇਰਾ ਬੜਾ ਸਿੰਪਲ ਜਿਹਾ ਸਵਾਲ ਸੀ ਕਿ ਹਰਿਆਣੇ ਵਿੱਚ ਆਰਐਸਐਸ ਦੇ ਇੱਕ ਕਾਰਜਕਰਤਾ ਨੂੰ ਸੀਐਮ ਨੋਮੀਨੇਟ ਕਰਤਾ ਸੀ, ਇਵਨ ਦੋ ਉਹ ਕਿਤੇ ਰੇਸ ਵਿੱਚ ਵੀ ਨਹੀਂ ਸੀ। ਆਪੋਜੀਸ਼ਨ ਪਾਰਟੀਆਂ ਨੂੰ ਯੂਪੀ ਅਤੇ ਪ੍ਰੈਜ਼ੀਡੈਂਟ ਨੂੰ ਲੈ ਕੇ, ਪ੍ਰੈਜ਼ੀਡੈਂਟ ਦੀ ਪੋਜੀਸ਼ਨ ਨੂੰ ਲੈ ਕੇ ਵੀ ਬੀਜੇਪੀ ਤੋਂ ਇਹੀ ਡਰ ਆ। ਪਰ ਮੈਂ ਹੁਣ ਸੀਪੀ ਸਿੰਘ ਜੀ ਤੇ ਚੱਲੂੰਗਾ। ਸੀਪੀ ਸਿੰਘ ਜੀ, ਕੀ ਆਰਐਸਐਸ ਦਾ ਕੈਂਡੀਡੇਟ ਨੋਮੀਨੇਟ ਨਾ ਹੋ ਸਕੇ, ਇੱਕ ਪਾਸੇ ਜੋ ਕਿ ਆਪੋਜੀਸ਼ਨ ਆਪਣੇ ਆਪ ਨੂੰ ਇਕੱਠਾ ਦੱਸਦੀ ਆ, ਪਰ ਫਿਰ ਵੀ ਬੀਜੇਪੀ ਦੇ ਖਿਲਾਫ ਅਜੇ ਤੱਕ ਇਕੱਠਾ ਹੋਣ ਵਿੱਚ ਨਾਕਾਮਯਾਬ ਰਹੀ ਹੈ, ਚਾਹੇ ਨੋਟਬੰਦੀ ਦਾ ਹੀ ਮਾਮਲਾ ਹੋਵੇ, ਤੇ ਕੀ ਆਰਐਸਐਸ ਦਾ ਕੈਂਡੀਡੇਟ ਪ੍ਰੈਜ਼ੀਡੈਂਟ ਦੀ ਪੋਜੀਸ਼ਨ ਤੇ ਨਾ ਚਲੇ ਜਾਏ, ਇਸ ਮੁੱਦੇ ਨੂੰ ਲੈ ਕੇ ਆਪੋਜੀਸ਼ਨ ਇਕੱਠੀ ਹੋ ਸਕਦੀ ਆ, ਜਾਂ ਕੀ ਤੁਹਾਨੂੰ ਲੱਗਦਾ ਇਹੀ ਕਾਰਨ ਆ ਆਪੋਜੀਸ਼ਨ ਨੇ ਹੁਣ ਤੋਂ ਲੌਬਿੰਗ ਕਰਨੀ ਜਾਂ ਹੁਣ ਤੋਂ ਪਾਰਟੀਆਂ ਨੂੰ ਇਕੱਠਾ ਕਰਨਾ ਸ਼ੁਰੂ ਕਰਤਾ ਵਾ? ਬਹੁਤ ਵਧੀਆ ਕੁਐਸਚਨ ਹਰਪ੍ਰੀਤ ਜੀ ਪੁੱਛਿਆ ਤੁਸੀਂ। ਬਿਲਕੁਲ ਇਹੀ ਰੀਜ਼ਨ ਹੈ ਔਰ ਬਹੁਤ ਸੋਲਿਡ ਰੀਜ਼ਨ ਹੈ। ਉਹ ਆਪੋਜੀਸ਼ਨ ਜਿੰਨੀਆਂ ਵੀ ਉਹਦੇ ਵਿੱਚ ਲੌਬਿੰਗ ਬਣੀ ਹੋਈ ਹੈ ਉਹਨਾਂ ਦੀ, ਉਹ ਇਹ ਨਹੀਂ ਚਾਹੁੰਦੀਆਂ ਕਿ ਆਰਐਸਐਸ ਦਾ ਕੈਂਡੀਡੇਟ ਜਿਹੜਾ ਉਹ ਨੋਮੀਨੇਟ ਹੋਵੇ ਪ੍ਰੈਜ਼ੀਡੈਂਟਸ਼ਿਪ ਦੀ ਇਲੈਕਸ਼ਨ ਵਾਸਤੇ ਜਾਂ ਉਹਨਾਂ ਦੀ ਕੰਟੈਸਟੈਂਟ ਵਾਸਤੇ। ਇਸੇ ਕਰਕੇ ਸ਼ਾਇਦ ਹੁਣੇ ਤੋਂ ਜਿਹੜੀ ਲੌਬਿੰਗ ਹੈ ਉਹ ਸ਼ੁਰੂ ਹੋ ਗਈ ਹੈ। ਤੁਸੀਂ ਇਹ ਲੌਬਿੰਗ ਜਿਹੜੀ ਹੈ ਵੱਖ-ਵੱਖ ਸਟੇਟਸ ਦੇ ਵਿੱਚ ਵੀ ਦੇਖ ਸਕਦੇ ਹੋ। ਜਿੰਨੀਆਂ ਸਟੇਟਸ ਦੇ ਵਿੱਚ ਇਲੈਕਸ਼ਨ ਹਲੇ ਹੋਣੀਆਂ ਜਾਂ ਜਿਹੜੀਆਂ ਹੋ ਗਈਆਂ, ਉੱਥੇ ਕਿਤੇ ਇਹ ਵੀ ਥੋੜੀ ਜਿਹੀ ਭਾਅ ਮਿਲ ਰਹੀ ਸੀ ਕਿ ਇਹ ਆਰਐਸਐਸ ਦਾ ਜਿਹੜਾ ਕੈਂਡੀਡੇਟ ਹੈ ਸਿਮਿਲਰ ਟੂ ਹਰਿਆਣਾ ਜਿਵੇਂ ਉਹਨਾਂ ਨੇ ਕੀਤਾ ਸੀਗਾ, ਜਿਹੜਾ ਕਿ ਕਿਸੇ ਰੇਸ ਦੇ ਵਿੱਚ ਜਾਂ ਕਿਸੇ ਕਾਫੀ ਰੇਸ ਦੇ ਵਿੱਚ ਤਾਂ ਮੈਂ ਕੀ ਕਹੂੰਗਾ ਬਹੁਤ ਪਿੱਛੇ ਸੀਗਾ ਔਰ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਕਿ ਇਹ ਜਿਹੜਾ ਕੈਂਡੀਡੇਟ ਹੈ ਇਹਨੂੰ ਸੀਐਮਸ਼ਿਪ ਮਿਲ ਵੀ ਸਕਦੀ ਹੈ। ਸੋ ਇਸੇ ਚੀਜ਼ ਨੂੰ ਬਚਾਉਣ ਲਈ ਜਾਂ ਇਸੇ ਚੀਜ਼ ਤੋਂ ਪ੍ਰੋਟੈਕਟ ਕਰਨ ਵਾਸਤੇ ਸ਼ਾਇਦ ਇਹ ਲੌਬਿੰਗ ਸ਼ੁਰੂ ਹੋ ਗਈ ਹੈ। ਔਰ ਤੁਸੀਂ ਇੱਕ ਚੀਜ਼ ਹੋਰ ਹਰਪ੍ਰੀਤ ਜੀ ਮੈਂ ਇੱਥੇ ਡਿਸਕਸ ਕਰਨਾ ਚਾਹੂੰਗਾ, ਪ੍ਰੈਜ਼ੀਡੈਂਟਸ਼ਿਪ ਦੀ ਜਿਹੜੀ ਇਲੈਕਸ਼ਨ ਹੁੰਦੀ ਹੈ ਉਹਦਾ ਜਿਹੜਾ ਬੇਸਿਕ ਜਿਹੜਾ ਸੇਮ ਹੁੰਦਾ ਹੈ, ਲੇਕਿਨ ਉਹਦਾ ਪ੍ਰੋਸੈਸ ਜਿਹੜਾ ਹੁੰਦਾ ਹੈ ਉਹ ਥੋੜਾ ਜਿਹਾ ਡਿਫਰੈਂਟ ਹੁੰਦਾ ਹੈ, ਕਿਉਂਕਿ ਹਰੇਕ ਸਟੇਟ ਦੇ ਐਮਐਲਏਜ਼ ਔਰ ਯੂਨੀਅਨ ਟੈਰੀਟਰੀਜ਼ ਦੇ ਜਿਹੜੇ ਇਲੈਕਟਡ ਮੈਂਬਰਸ ਹੁੰਦੇ ਨੇ, ਉਹ ਜਿਹੜੇ ਇਹਦੇ ਵਿੱਚ ਕਿਵੇਂ ਨਾ ਕਿਵੇਂ ਕੈਲਕੂਲੇਸ਼ਨ ਕਰਕੇ ਕਿ ਉਹਨਾਂ ਦੀ ਜਿਹੜੀ ਸਟੇਟ ਦੀ ਪੂਰੀ ਜਿਹੜੀ ਪੋਪੂਲੇਸ਼ਨ ਹੁੰਦੀ ਹੈ ਉਹਨੂੰ ਡਿਵਾਈਡ ਕੀਤਾ ਜਾਂਦਾ ਹੈ ਜਿਹੜੇ ਨੰਬਰ ਆਫ ਇਲੈਕਟਡ ਮੈਂਬਰਸ ਦੇ, ਔਰ ਫਿਰ ਉਹਨੂੰ 1000 ਤੇ ਡਿਵਾਈਡ ਕਰਕੇ ਇੱਕ ਫਿਗਰ ਕੱਢੀ ਜਾਂਦੀ ਹੈ। ਜੇ ਉਹ ਫਿਗਰ 500 ਤੇ ਪਹੁੰਚ ਜਾਂਦੀ ਹੈ ਤਾਂ ਠੀਕ ਹੈ, ਨਹੀਂ ਤਾਂ ਫਿਰ ਅਗਰ ਉਹ 500 ਤੋਂ ਜ਼ਿਆਦਾ ਹੋ ਜਾਂਦੀ ਤਾਂ ਫਿਰ ਉਹ ਇੱਕ ਵੋਟ ਜਿਹੜੀ ਹੈ ਉਹ ਹਰੇਕ ਮੈਂਬਰ ਨੂੰ ਐਲੋਕੇਟ ਕਰਕੇ ਇਹ ਪ੍ਰੋਸੈਸ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋ ਕਿਤੇ ਨਾ ਕਿਤੇ ਸਟੇਟ ਦੀ ਇਲੈਕਸ਼ਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਮੈਟਰ ਕਰਦੀ ਹੈ, ਕਿਉਂਕਿ ਇਲੈਕਟਡ ਐਮਐਲਏਜ਼ ਜਿਹੜੇ ਉਹਨਾਂ ਨੂੰ ਇੱਕ ਗਿਵਨ ਨੰਬਰ ਆਫ ਵੋਟਸ ਸ਼ੇਅਰ ਦਿੱਤਾ ਜਾਂਦਾ ਜਿਹੜੇ ਕਿ ਉੱਥੇ ਜਾ ਕੇ ਪ੍ਰੈਜ਼ੀਡੈਂਟਸ਼ਿਪ ਦੀ ਇਲੈਕਸ਼ਨ ਲਈ ਕਾਸਟ ਕਰਦੇ ਆ। ਸੋ ਇਸ ਪ੍ਰੋਸੈਸ ਨੂੰ ਤੋਂ ਕਲੀਅਰ ਹੋ ਜਾਂਦਾ ਹੈ ਕਿ ਹਰ ਇੱਕ ਸਟੇਟ ਦੀ ਜਿਹੜੀ ਇਲੈਕਸ਼ਨ ਹੈ, ਹਰੇਕ ਸਟੇਟ ਦੇ ਜਿਹੜੇ ਚੁਣਿੰਦਾ ਨੁਮਾਇੰਦੇ ਨੇ ਉਹ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਨੇ, ਉਹ ਕੀ ਆਪਣਾ ਜਿਹੜਾ ਕੈਂਡੀਡੇਟ ਹੈ ਉਸ ਨੂੰ ਕਿਸ ਤਰ੍ਹਾਂ ਦੀ ਵੋਟ ਦਿੰਦੇ ਨੇ, ਕੀ ਉਹ ਚਾਹੁੰਦੇ ਨੇ ਕਿ ਆਰਐਸਐਸ ਦਾ ਕੋਈ ਐਕਟਿਵਿਸਟ ਆਵੇ ਜਾਂ ਕੀ ਉਹ ਚਾਹੁੰਦੇ ਨੇ ਕਿ ਕਾਂਗਰਸ ਖੇਮੇ ਦੇ ਵਿੱਚੋਂ ਕੋਈ ਆਵੇ, ਇਹ ਚੀਜ਼ ਸਾਰੀ ਡਿਪੈਂਡ ਕਰ ਜਾਂਦੀ ਹੈ। ਬਟ ਇਹ ਬਹੁਤ ਵਧੀਆ ਤੁਸੀਂ ਕਹਿ ਲਓ ਕਿ ਮੂਵ ਆਰਐਸਐਸ ਦੇ ਅਪੋਜ਼ ਦੇ ਵਿੱਚ ਜਿਹੜੀ ਲੌਬੀ ਨੇ ਕ੍ਰੀਏਟ ਕੀਤੀ ਹੈ, ਕਿਉਂਕਿ ਅਗਰ ਜੇ ਇਦਾਂ ਦਾ ਸਿਸਟਮ ਬਣਨ ਲੱਗ ਗਿਆ ਤਾਂ ਇੱਕ ਪਾਰਟਿਕੂਲਰ ਜਥੇਬੰਦੀ ਜਾਂ ਇੱਕ ਪਾਰਟਿਕੂਲਰ ਕਮਿਊਨਿਟੀ ਨਾਲ ਸੰਬੰਧਿਤ ਹੋ ਕੇ ਜਿਹੜੀ ਪ੍ਰੈਜ਼ੀਡੈਂਟਸ਼ਿਪ ਜਾਂ ਪ੍ਰੈਜ਼ੀਡੈਂਟਸ਼ਿਪ ਦੀ ਜਿਹੜਾ ਅਹੁਦਾ ਹੈ ਉਹ ਹੋ ਜਾਏਗਾ। ਸ਼ਾਇਦ ਇਸੇ ਕਰਕੇ ਇਸ ਚੀਜ਼ ਨੂੰ ਬਚਾਉਣ ਲਈ ਇਹ ਲੌਬਿੰਗ ਕ੍ਰੀਏਟ ਕੀਤੀ ਗਈ ਹੈ। ਔਰ ਦੂਸਰਾ ਹਰਪ੍ਰੀਤ ਜੀ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਹੋਰ ਦਰਸ਼ਕਾਂ ਲਈ ਮੈਂ ਸਾਂਝੀ ਕਰਦਾ ਕਿ ਜਿਹੜਾ ਇਹਦਾ ਇਲੈਕਸ਼ਨ ਦਾ ਪ੍ਰੋਸੈਸ ਵੀ ਹੁੰਦਾ ਹੈ ਉਹ ਇੱਕ ਬੈਲਟ ਪੇਪਰ ਹੁੰਦਾ ਹੈ ਜਿਹਦੇ ਵਿੱਚ 2 ਕਾਲਮ ਬਣਾਏ ਜਾਂਦੇ ਨੇ। ਉਹ 2 ਕਾਲਮ ਇੱਕ ਕਾਲਮ ਦੇ ਵਿੱਚ ਉਹਨਾਂ ਕੰਟੈਸਟੈਂਟ ਦੇ ਜਾਂ ਉਹਨਾਂ ਜਿਹੜੇ ਨੋਮੀਨੇਟਡ ਜਿਹੜੇ ਬੰਦੇ ਹੁੰਦੇ ਨੇ ਡਿਫਰੈਂਟ ਪਾਰਟੀਆਂ ਵੱਲੋਂ ਉਹਨਾਂ ਦੇ ਨਾਮ ਦਿੱਤੇ ਜਾਂਦੇ ਨੇ, ਔਰ ਸੈਕੰਡ ਕਾਲਮ ਦੇ ਵਿੱਚ ਅਸੀਂ ਉਹਨਾਂ ਦੀ ਪ੍ਰੈਫਰੈਂਸ ਜਿਹੜੀ ਹੈ ਉਹ ਜਿਹੜੇ ਉੱਥੇ
ਵੋਟ ਕਰਨ ਆਏ ਹੁੰਦੇ ਨੇ ਇਲੈਕਟਡ ਸਟੇਟਸ ਦੇ ਵਿੱਚੋਂ, ਉਹਨਾਂ ਦੀ ਪ੍ਰੈਫਰੈਂਸ ਲਿੱਤੀ ਜਾਂਦੀ ਹੈ। ਸੋ ਉਸ ਬੇਸ ਦੇ ਉੱਪਰ ਉਹ ਚੀਜ਼ ਜਿਹੜੀ ਆ ਉਹ ਚੁਣੀ ਜਾਂਦੀ ਹੈ ਔਰ ਪ੍ਰੈਜ਼ੀਡੈਂਟਸ਼ਿਪ ਦੀ ਜਿਹੜੀ ਇਲੈਕਸ਼ਨ ਨੂੰ ਅੰਜਾਮ ਦਿੱਤਾ ਜਾਂਦਾ ਹੈ। ਸੋ ਇਸੇ ਕਰਕੇ ਸ਼ਾਇਦ ਜਿਹੜੀ ਆਪੋਜੀਸ਼ਨ ਦੀ ਲੌਬੀ ਹੈ ਉਹ ਨਹੀਂ ਚਾਹੁੰਦੀ ਕਿ ਬੀਜੇਪੀ ਜਿਹੜੀ ਡਿਫਰੈਂਟ ਸਟੇਟਸ ਦੇ ਵਿੱਚ ਵਧੀਆ ਪਰਫਾਰਮੈਂਸ ਕਰਕੇ ਜਿੱਤ ਕੇ ਜਦੋਂ ਆਉਂਦੀ ਹੈ ਤਾਂ ਉਹਨਾਂ ਦਾ ਜਿਹੜਾ ਕੈਂਡੀਡੇਟ ਹੋਊਗਾ ਉਹ ਕੈਂਡੀਡੇਟ ਕਿਸ ਤਰ੍ਹਾਂ ਦਾ ਹੋਊਗਾ। ਔਰ ਸ਼ਾਇਦ ਇਸੇ ਕਰਕੇ ਜਿਹੜੀ ਹੈ ਤੁਸੀਂ ਦੇਖੋ ਪੰਜਾਬ ਇਲੈਕਸ਼ਨ ਦੇ ਵਿੱਚ ਵੀ ਔਰ ਈਵਨ ਯੂਪੀ ਔਰ ਜਿਹੜੀ ਹੁਣ ਗੁਜਰਾਤ ਐਂਡ ਗੋਆ ਜਾਂ ਪਲੱਸ ਉੱਤਰਾਖੰਡ ਦੇ ਵਿੱਚ ਵੀ ਕੱਲ ਜਿਹੜੀ ਪੋਲਿੰਗ ਹੋਈ ਹੈ ਉਹਦੇ ਵਿੱਚ ਵੀ ਇਹ ਚੀਜ਼ ਨੂੰ ਸ਼ਾਇਦ ਆਪੋਜੀਸ਼ਨ ਨੇ ਬਹੁਤ ਮੇਨ ਉਹਦੇ ਤੇ ਰੱਖਿਆ ਔਰ ਇਸੇ ਕਰਕੇ ਸ਼ਾਇਦ ਹੁਣੇ ਤੋਂ ਲੌਬਿੰਗ ਜਿਹੜੀ ਉਹ ਸ਼ੁਰੂ ਹੋ ਗਈ। ਹਰਪ੍ਰੀਤ ਜੀ, ਇੱਕ ਚੀਜ਼ ਮੈਂ ਜ਼ਰੂਰ ਇਹਦੇ 'ਚ ਐਡ ਕਰਨੀ ਚਾਹਾਂਗਾ ਕਿ ਮੈਨੂੰ ਨਹੀਂ ਲੱਗਦਾ ਕਿ मैं अगले क्वेश्चन ਇਹਦੇ 'ਚ ਫੈਕਟਰ ਹੋ ਸਕਦਾ ਕੋਈ। ਅਜੀਤ ਜੀ, ਮੈਂ ਅਗਲੇ ਕੁਐਸਚਨ ਤੇ ਜਾਣਾ ਚਾਹੂੰਗਾ। ਤੁਸੀਂ ਜਦੋਂ ਤੁਹਾਡੀ ਵਾਰੀ ਆ ਉਦੋਂ ਜ਼ਰੂਰ ਐਡ ਕਰਿਓ। ਸਬਦੀਪ ਜੀ, ਤੁਹਾਡੇ ਤੋਂ ਆਉਣਾ ਚਾਹੂੰਗਾ, ਜੇ ਗੱਲ ਕਰੀਏ ਬੀਜੇਪੀ ਦੀ, ਬੀਜੇਪੀ ਹਮੇਸ਼ਾ ਹੀ ਕਾਂਗਰਸ ਨੂੰ ਇੱਕ ਪਰਿਵਾਰ ਦੁਆਰਾ ਰਨ ਕੀਤੀ ਪਾਰਟੀ ਆਂਦੀ ਆ ਕਿ ਇੱਕ ਫੈਮਿਲੀ ਪਾਰਟੀ ਆ ਤੇ ਜੋ ਇੱਕ ਰੀਤ ਚੱਲੀ ਆ ਰਹੀ ਆ, ਇੱਕ ਫੈਮਿਲੀ ਹੀ ਇਸ ਪਾਰਟੀ ਨੂੰ ਚਲਾਉਂਦੀ ਆ, ਜਿਹਦੇ ਵਿੱਚ ਕੋਈ ਗਲਤ ਨਹੀਂ ਆ। ਬੀਜੇਪੀ ਕਾਫੀ ਹੱਦ ਤੱਕ ਸਹੀ ਆ, ਪਰ ਸਵਾਲ ਮੇਰਾ ਇਹ ਆ ਕਿ ਜੇ ਗਾਂਧੀ ਫੈਮਿਲੀ ਕਾਂਗਰਸ ਚਲਾਉਂਦੀ ਆ ਤੇ ਜੇ ਮੈਂ ਅੱਜ ਕਹਾਂ ਕਿ ਆਰਐਸਐਸ ਫੈਮਿਲੀ ਬੀਜੇਪੀ ਚਲਾਉਣ ਡਈ ਆ, ਕੀ ਮੈਂ ਗਲਤ ਹੋਊਂਗਾ? ਥੋੜੀ ਜਿਹੀ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਪੀਚਾਂ ਤੇ ਵੀ ਧਿਆਨ ਤੁਹਾਡਾ ਲੈ ਕੇ ਜਾਣਾ ਚਾਹੂੰਗਾ। ਨਰਿੰਦਰ ਮੋਦੀ ਸਾਹਿਬ ਦੀ ਕਈ ਸਪੀਚਾਂ ਨੇ, ਨਰਿੰਦਰ ਮੋਦੀ ਸਾਹਿਬ ਨਹੀਂ ਹੋਰ ਬੀਜੇਪੀ ਦੇ ਕਾਫੀ ਲੀਡਰ ਨੇ ਜਿਨ੍ਹਾਂ ਦੀ ਸਪੀਚਾਂ ਨੇ, ਪਰ ਨਰਿੰਦਰ ਮੋਦੀ ਸਾਹਿਬ ਦੀ ਸਪੀਚ ਤੇ ਮੈਂ ਨਿਗਾਹ ਮਰਵਾਉਣੀ ਚਾਹੂੰਗਾ। ਆਮ ਤੌਰ ਤੇ ਮੋਦੀ ਸਾਹਿਬ ਇਹ ਕਹਿ ਦਿੰਦੇ ਆ ਕਿ ਮੈਂ ਕਾਫੀ ਛੋਟਾ ਸੀ ਜਦੋਂ ਦੇਸ਼ ਵਾਸਤੇ ਘਰ ਛੱਡਤਾ, ਪਰ ਕਿਤੇ ਨਾ ਕਿਤੇ ਆਰਐਸਐਸ ਵਾਸਤੇ ਘਰ ਛੱਡਿਆ ਸੀ, ਅਸੀਂ ਸਾਰੇ ਹੀ ਜਾਣਦੇ ਆ। ਪਰ ਜੇ ਉਹਨਾਂ ਨੇ ਆਪਣਾ ਪਰਿਵਾਰ ਛੱਡਤਾ, ਇਹ ਮੋਦੀ ਸਾਹਿਬ ਆਪ ਮੰਨਦੇ ਨੇ, ਤੇ ਆਰਐਸਐਸ ਦਾ ਪ੍ਰਚਾਰ ਕਰਨ ਵਾਸਤੇ ਮੋਦੀ ਸਾਹਿਬ ਕਾਫੀ ਚਿਰ ਕੰਮ ਵੀ ਕਰਦੇ ਰਹੇ। ਕਿਤੇ ਨਾ ਕਿਤੇ ਆਰਐਸਐਸ ਨੂੰ ਆਪਣਾ ਹਿੱਸਾ ਮੰਨਦੇ ਆ ਜਾਂ ਆਰਐਸਐਸ ਨੂੰ ਆਪਣਾ ਪਰਿਵਾਰ ਮੰਨਦੇ ਆ। ਇੱਕ ਅਸੀਂ ਕਹਿ ਸਕਦੇ ਆ, ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਦਾ ਪਰਿਵਾਰ ਬਣ ਗਿਆ, ਪਰ ਅਸੀਂ ਕਹਿ ਸਕਦੇ ਆ ਕਿ ਆਰਐਸਐਸ ਫੈਮਿਲੀ ਕੀ ਅੱਜ ਬੀਜੇਪੀ ਰਨ ਕਰਦੀ ਪਈ ਹੈ। ਜੇ ਅਸੀਂ ਕਾਂਗਰਸ ਉੱਤੇ ਗਾਂਧੀ ਫੈਮਿਲੀ ਦਾ ਇਲਜ਼ਾਮ ਲਾਉਂਦੇ ਆ ਤੇ ਕੀ ਬੀਜੇਪੀ ਨੂੰ ਵੀ ਅਸੀਂ ਉਸ ਖੇਮੇ 'ਚ ਰੱਖ ਕੇ ਨਹੀਂ ਦੇਖ ਸਕਦੇ? ਹਰਪ੍ਰੀਤ ਜੀ, ਸਵਾਲ ਇਹ ਹੈ ਕਿ ਜੇ ਤੇ ਗੱਲ ਕਰਨੀ ਹੋਵੇ ਰਾਜਨੀਤੀ ਦੇ ਵਿੱਚ ਪਰਿਵਾਰਵਾਦ ਦੀ, ਤਾਂ ਇਸ ਨਜ਼ਰੀਏ ਤੋਂ ਅਸੀਂ ਜੇ ਕਾਂਗਰਸ ਨੂੰ ਦੇਖੀਏ ਤਾਂ ਕਾਂਗਰਸ ਸ਼ਾਇਦ ਦੇਸ਼ ਦੀ ਪਹਿਲੀ ਪਾਰਟੀ ਆ ਜਿਹਦੇ ਅੰਦਰ ਕੰਟੀਨਿਊ ਕਰ ਰਿਹਾ ਵਾ ਪਰਿਵਾਰਵਾਦ। ਮੋਤੀ ਲਾਲ ਨਹਿਰੂ ਤੋਂ ਲੈ ਕੇ ਨਹਿਰੂ ਤੱਕ, ਨਹਿਰੂ ਤੋਂ ਇੰਦਰਾ ਤੱਕ, ਇੰਦਰਾ ਤੋਂ ਰਾਹੁਲ ਤੱਕ, ਇਹ ਇੱਕ ਲੰਮੀ ਕੰਟੀਨਿਊਟੀ ਹੈ ਜਿਹਦੇ ਵਿੱਚ ਇੱਕ ਪਰਿਵਾਰ ਕੰਟੀਨਿਊ ਕਰ ਰਿਹਾ। ਪਰ ਜੇ ਅਸੀਂ ਇਹਨੂੰ ਇੱਕ ਵਿਆਪਕ ਵਰਤਾਰੇ ਦੇ ਤੌਰ ਦੇ ਉੱਤੇ ਦੇਖੀਏ ਤੇ ਕਿਹੜੀ ਪਾਰਟੀ ਬਚੀ ਹੈ ਜਿਹਦੇ ਉੱਤੇ ਤੁਸੀਂ ਪਰਿਵਾਰਵਾਦ ਦਾ ਇਲਜ਼ਾਮ ਨਹੀਂ ਲਾ ਸਕਦੇ, ਸਮੇਤ ਬੀਜੇਪੀ ਦੇ। ਬੀਜੇਪੀ ਦੇ ਅੰਦਰ ਵੀ ਬਹੁਤ ਸਾਰੀਆਂ ਸੀਟਾਂ, ਕਈ ਸੀਟਾਂ ਤੇ ਐਸੀਆਂ ਵਾਪਰੀਆਂ ਨੇ ਇਹਨਾਂ ਚੋਣਾਂ ਦੇ ਵਿੱਚ ਹੀ। ਯੂਪੀ ਦੇ ਅੰਦਰ ਇੱਕ ਪਰਿਵਾਰ ਦੇ ਵਿੱਚ 3 ਪਰਿਵਾਰ ਦੇ ਜੀਆਂ ਨੂੰ ਸੀਟ ਦੇਣ ਦੀ ਗੱਲ ਵੀ ਚੱਲੀ ਹੈ, ਜਿਹਦੇ ਵਿੱਚ ਇੱਕ ਆਲਰੇਡੀ ਐਮਪੀ ਹੈ ਤੇ 2 ਜਿਹੜੇ ਉਹਨਾਂ ਨੂੰ ਐਮਐਲਏ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਬੀਜੇਪੀ ਵੱਲੋਂ। ਯੂਪੀ 'ਚ ਮੈਂ ਸੀਟਾਂ ਦੇ ਨਾਂ ਵੀ ਭੁੱਲ ਰਿਹਾ, ਬੰਦਿਆਂ ਦੇ ਨਾਂ ਵੀ, ਕਿਉਂਕਿ ਮੇਰੇ ਧਿਆਨ 'ਚ ਨਹੀਂ ਸੀ ਕਿ ਕਦੇ ਇਸ ਚੀਜ਼ ਨੂੰ ਸਾਨੂੰ ਆਪਣੀ ਗੱਲਬਾਤ ਦੇ ਵਿਸ਼ੇ ਦੇ ਵਿੱਚ ਸ਼ਾਮਲ ਕਰਨਾ ਪੈ ਸਕਦਾ। ਸਵਾਲ ਇਹ ਨਹੀਂ ਹੈ। ਤੇ ਦੂਸਰੀ ਗੱਲ, ਅਸੀਂ ਜਦੋਂ ਅਸੀਂ ਇਹ ਕਰਦੇ ਕਿ ਜਦੋਂ ਬੀਜੇਪੀ ਵਾਰ-ਵਾਰ ਪਰਿਵਾਰਵਾਦ ਦੀ ਗੱਲ ਕਰਦੀ ਆ, ਪਰ ਜਦੋਂ ਕਿਤੇ ਮੌਕਾ ਲੱਗਦਾ ਪਰਿਵਾਰਕ ਪਿਛੋਕੜ ਦੇ ਆਧਾਰ ਦੇ ਉੱਤੇ ਉਹ ਕਿਸੇ ਨੂੰ ਵੀ ਆਪਣੇ ਪੱਖ ਦੇ ਵਿੱਚ ਗਿਣਨ ਦੇ ਵਿੱਚ ਕਦੇ ਗੁਰੇਜ਼ ਨਹੀਂ ਕਰਦੀ। ਜਿਹੜੇ ਲੋਕ ਕਾਂਗਰਸ ਦੇ ਵਿਰੋਧ ਦੇ ਵਿੱਚ ਕੰਮ ਕਰਦੇ ਰਹੇ ਨੇ ਸੁਤੰਤਰਤਾ ਲਹਿਰ ਦੇ ਦੌਰਾਨ, ਜਾਂ ਉਹਨਾਂ ਦੀ ਕਾਂਗਰਸ ਦੇ ਨਾਲ ਸੁਰ ਨਹੀਂ ਸੀ ਰਲਦੀ, ਬੇਸ਼ੱਕ ਆਜ਼ਾਦੀ ਦੀ ਲੜਾਈ ਤੱਕ ਦੋਨਾਂ ਦੀ ਸੁਰ ਸਾਂਝੀ ਹੋਵੇ, ਭਗਤ ਸਿੰਘ ਨੂੰ ਆਰੀਆ ਸਮਾਜੀ ਕਹਿ ਕੇ ਉਹਦੇ ਪੂਰੇ ਪਿਛੋਕੜ ਨੂੰ, ਉਹਦੀ ਪੂਰੀ ਵਿਚਾਰਧਾਰਾ ਨੂੰ ਰੱਦ ਕਰਦੇ ਹੋਏ ਕ੍ਰਾਂਤੀਕਾਰੀ ਲਹਿਰਾਂ ਦੇ ਇਤਿਹਾਸ ਦੇ ਵਿੱਚ ਆਪਣੇ ਨਾਲ ਸ਼ਾਮਲ ਕਰ ਲਿਆ ਜਾਂਦਾ। ਪਰ ਸਵਾਲ ਇਹ ਵੀ ਪੈਦਾ ਹੁੰਦਾ ਕਿ ਬੀਜੇਪੀ ਨੂੰ ਜਦੋਂ ਵਾਰ-ਵਾਰ ਸਵਾਲ ਕੀਤਾ ਜਾਂਦਾ ਕਿ ਤੁਹਾਡਾ ਸੁਤੰਤਰਤਾ ਸੰਗਰਾਮ ਦੇ ਵਿੱਚ ਕੀ ਰੋਲ ਸੀ, ਤੇ ਪਹਿਲੀ ਵਾਰ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਲਕੁਲ ਪਾਰਲੀਮੈਂਟ ਦੇ ਵਿੱਚ ਖੜੇ ਹੋ ਕੇ ਗੱਲ ਕੀਤੀ ਹੈ ਕਿ ਹਾਂ ਸਾਡਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ, ਪਰ ਅਸੀਂ ਦੇਸ਼ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਚੁੱਕੇ ਹਾਂ। ਜੇ ਅਸੀਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਨੂੰ ਦੇਖੀਏ, ਨੀਤੀਆਂ ਦੇ ਰੱਖੇ ਹੋਏ ਨਾਵਾਂ ਨੂੰ ਦੇਖੀਏ, ਫਲਾਂ ਜਿੱਦਾਂ ਪ੍ਰਧਾਨ ਮੰਤਰੀ ਯੋਜਨਾ, ਫਲਾਂ ਯੋਜਨਾ, ਇਸ ਤਰੀਕੇ ਦੀਆਂ ਅਸੀਂ ਯੋਜਨਾਵਾਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਉਹਨਾਂ ਲੋਕਾਂ ਨੂੰ ਵੇਟ ਦਿੱਤਾ ਜਾ ਰਿਹਾ ਜਿਨ੍ਹਾਂ ਦਾ ਦੇਸ਼ ਦੇ ਇਤਿਹਾਸ ਦੇ ਵਿੱਚ
ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ। ਜਨਸੰਘ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਯੋਗਦਾਨ ਹੋ ਸਕਦਾ, ਪਰ ਐਡੇ ਵੱਡੇ ਉਹਨਾਂ ਦੇ ਕੱਦ ਨਹੀਂ ਆ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਸੀਂ ਉਹਨਾਂ ਨੂੰ ਨੀਤੀਗਤ ਆਧਾਰ ਦੇ ਉੱਤੇ ਯੋਜਨਾਵਾਂ ਦੇ ਨਾਮਕਰਨ ਦੇ ਵਿੱਚ ਸ਼ਾਮਲ ਕਰ ਲਵੋ। ਵੀਰ ਸਾਵਰਕਰ ਬਾਰੇ ਅਸੀਂ ਗੱਲ ਪਹਿਲਾਂ ਵੀ ਕੀਤੀ, ਮੈਂ ਕੱਲ ਵੀ ਸ਼ਾਇਦ ਕੀਤੀ ਸੀ, ਤੇ ਵੀਰ ਸਾਵਰਕਰ ਉਹ ਲੋਕ ਨੇ ਜਿਹੜੇ ਮਾਫੀਆਂ ਮੰਗ ਕੇ ਆ ਗਏ, ਪਰ ਵਾਜਪਾਈ ਦੀ ਸਰਕਾਰ ਵੇਲੇ ਉਹਨਾਂ ਦੇ ਨਾਂ ਦੇ ਉੱਤੇ ਅੰਡੇਮਾਨ ਦਾ ਜਿਹੜਾ 에ਅਰਪੋਰਟ ਹੈ ਉਹਦਾ ਪੋਰਟ ਬਲੇਅਰ ਦਾ ਉਹਦਾ ਨਾਮਕਰਨ ਕਰ ਦਿੱਤਾ ਗਿਆ। ਪਟੇਲ ਦਾ ਨਾਂ ਉਹ ਕਾਂਗਰਸ ਦੇ ਵਿੱਚ ਹੁੰਦੇ ਹੋਏ ਵਰਤਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਪਟੇਲ ਦੀ ਸੁਰ ਗਾਂਧੀਵਾਦੀ ਸੁਰ ਨਾਲੋਂ ਨਹਿਰੂਵਾਦੀ ਸੁਰ ਨਾਲੋਂ ਥੋੜੀ ਵੱਖਰੀ ਸੀ। ਇੱਕ ਗੱਲ ਤਾਂ ਬਹੁਤ ਕਲੀਅਰ ਹੈ ਕਿ ਜਦੋਂ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਕਿ ਉਹਨਾਂ ਨਾਇਕਾਂ ਨੂੰ ਸਾਡੇ ਸਾਹਮਣੇ ਉਭਾਰ ਕੇ ਪੇਸ਼ ਕੀਤਾ ਜਾਂਦਾ ਹੈ ਜਿਨ੍ਹਾਂ ਨਾਇਕਾਂ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਹੈ ਇਤਿਹਾਸ ਦੇ ਵਿੱਚ, ਤੇ ਜਿਨ੍ਹਾਂ ਲੋਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੂੰ ਉਹਨਾਂ ਦੀ ਰੀਅਲ ਜਿਹੜੀ ਪੋਜੀਸ਼ਨ ਹੈ ਉਹਦੇ ਨਾਲੋਂ ਨਿਖੇੜ ਕੇ ਪੇਸ਼ ਕਰ ਲਿਆ ਜਾਂਦਾ। ਨਹਿਰੂ ਤੇ ਪਟੇਲ ਦੀ ਵਿਚਾਰਧਾਰਾ ਵੱਖ-ਵੱਖ ਹੋ ਸਕਦੀ ਹੈ, ਦੂਰੀ ਹੋ ਸਕਦੀ ਹੈ, ਪਰ ਪਟੇਲ ਸਾਹਿਬ ਨੇ ਕਦੇ ਵੀ ਕਾਂਗਰਸ ਨਹੀਂ ਸੀ ਛੱਡੀ। ਪਟੇਲ ਸਾਹਿਬ ਨੇ ਕਦੇ ਵੀ ਹਿੰਦੂ ਮਹਾਸਭਾ ਨੂੰ ਸਵੀਕਾਰ ਨਹੀਂ ਸੀ ਕੀਤਾ, ਆਰਐਸਐਸ ਨੂੰ ਸਵੀਕਾਰ ਨਹੀਂ ਸੀ ਕੀਤਾ, ਬਲਕਿ ਗਾਂਧੀ ਦੇ ਕਤਲ ਤੋਂ ਬਾਅਦ ਆਰਐਸਐਸ ਤੇ ਪਾਬੰਦੀ ਲਾਉਣ ਦੇ ਵਿੱਚ ਵੀ ਉਹਨਾਂ ਨੇ ਕੋਈ ਗੁਰੇਜ਼ ਨਹੀਂ ਸੀ ਕੀਤਾ। ਉਹਨਾਂ ਨੂੰ ਉਹ ਆਪਣੇ ਨਾਂ ਦੇ ਉੱਤੇ ਵਰਤਣ ਦੀ ਕੋਸ਼ਿਸ਼ ਕਰਦੇ ਨੇ, ਔਰ ਇਸ ਕਰਕੇ ਇਹ ਕਹਿ ਸਕਦੇ ਹਾਂ ਅਸੀਂ ਕਿ ਇੱਕ ਪਰਿਵਾਰ ਇੱਕ ਵਿਚਾਰਧਾਰਾ ਜਿਹੜੀ ਆ ਉਹ ਬੀਜੇਪੀ ਨੂੰ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਚਲਾਉਂਦੀ ਆ। ਔਰ ਅਸੀਂ ਸਾਰੀਆਂ ਕਾਰਵਾਈਆਂ ਨੂੰ ਦੇਖ ਸਕਦੇ ਹਾਂ। ਜੇ ਅਸੀਂ JNU ਦੇ ਰਾਸ਼ਟਰਵਾਦ ਦੀ ਗੱਲ ਕਰ ਲਈਏ, ਬੀਟ ਦੇ ਸਵਾਲ ਉੱਤੇ ਗੱਲ ਕਰ ਲਈਏ, ਰਾਸ਼ਟਰੀ ਗੀਤ ਦੇ ਸਵਾਲ ਦੇ ਉੱਤੇ ਗੱਲ ਕਰ ਲਈਏ, ਭਗਵਾ ਕਰਨ ਦੇ ਸਵਾਲ ਦੇ ਉੱਤੇ ਗੱਲ, ਕਿੰਨੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਤੁਹਾਨੂੰ ਬੀਜੇਪੀ ਬਿਲਕੁਲ RSS ਦੀ ਕਾਪੀ ਦੇ ਤੌਰ ਤੇ ਨਜ਼ਰ ਆਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਆਖਰੀ ਗੱਲ ਮੈਂ ਜਿਹੜੀ ਪਹਿਲੀ ਗੱਲ ਚੱਲਦੀ ਸੀ ਉਹਦੇ ਵਿੱਚ ਜੋੜ ਦੇਵਾਂ ਨਾਲ ਦੀ ਨਾਲ ਹੀ ਕਿ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਵੀ ਜੇ ਤਾਂ ਯੂਪੀ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਬੀਜੇਪੀ ਲਈ ਇੱਦੇ ਸੁਖਾਵੇਂ ਹੋਏ ਕਿ ਉਹ ਹਰਿਆਣਾ ਦੀ ਤਰਜ਼ ਦੇ ਉੱਤੇ, ਖੱਟੜ ਦੀ ਤਰਜ਼ ਦੇ ਉੱਤੇ ਦੇਸ਼ ਦੇ ਰਾਸ਼ਟਰਪਤੀ ਵਜੋਂ ਕਿਸੇ ਵੀ RSS ਨਾਲ ਜੁੜੇ ਚਿੰਤਕ ਨੂੰ, RSS ਨਾਲ ਜੁੜੇ ਕਾਰਕੁਨ ਨੂੰ, RSS ਨਾਲ ਜੁੜੇ ਕਿਸੇ ਵੱਡੇ ਨਾਂ ਨੂੰ ਰਾਸ਼ਟਰਪਤੀ ਵਜੋਂ ਇਸਤੇਮਾਲ ਕਰ ਸਕਦੇ ਨੇ, ਖਾਸ ਕਰਕੇ ਕਿਸੇ ਐਸੇ ਬੰਦੇ ਨੂੰ ਜਿਹੜਾ ਡਾਇਰੈਕਟਲੀ RSS ਦਾ ਨਾਂ ਹੋਵੇ ਪਰ ਉਹਦਾ ਹਿਸਟਰੀ ਦੇ ਵਿੱਚ ਜਾਂ ਕਿਸੇ ਐਸੇ ਖੇਤਰ ਦੇ ਵਿੱਚ RSS ਪੱਖੀ ਜਾਂ ਵਿਚਾਰਧਾਰਕ ਕੰਮ ਹੋਵੇ, ਉਹਨੂੰ ਰਾਸ਼ਟਰਪਤੀ ਦੇ ਤੌਰ ਤੇ ਉਭਾਰ ਸਕਦੇ ਨੇ। ਪਰ ਜੇ ਉਹਨਾਂ ਨੂੰ ਇਹ ਲੱਗਿਆ ਕਿ ਇਦਾਂ ਦੇ ਕਰੈਕਟਰ ਨੂੰ ਉਭਾਰ ਕੇ ਉਹਨਾਂ ਨੂੰ ਵਿਰੋਧੀ ਧਿਰ ਦਾ ਜ਼ਿਆਦਾ ਸਾਹਮਣਾ ਕਰਨਾ ਪਵੇਗਾ ਤਾਂ ਫਿਰ ਉਹ ਅਬੁਲ ਕਲਾਮ ਦੀ ਤਰਜ਼ ਦੇ ਉੱਤੇ ਬਿਲਕੁਲ ਐਸੇ ਬੰਦੇ ਨੂੰ ਸਾਹਮਣੇ ਲੈ ਕੇ ਆਉਣਗੇ ਜਿਹਦੇ ਨਾਲ ਉਹਨਾਂ ਦੇ ਉੱਤੇ ਇਹ ਇਲਜ਼ਾਮ ਨਾ ਲੱਗੇ, ਕਿਉਂਕਿ ਸਿਰਫ ਆਪਣੀ ਵਿਚਾਰਧਾਰਾ ਨੂੰ ਜਿਤਾਏ ਜਾਣ ਦਾ ਸਵਾਲ ਹੀ ਨਹੀਂ ਹੁੰਦੀਆਂ ਚੋਣਾਂ ਦੇ ਵਿੱਚ ਚੋਣ ਜਿਤਾਏ ਜਾਣ ਦਾ ਵੀ ਇੱਕ ਸਵਾਲ ਹੁੰਦਾ। ਬੀਜੇਪੀ ਦੀ ਕੋਸ਼ਿਸ਼ ਤਾਂ ਹੋ ਸਕਦੀ ਹੈ, ਆਈਡੀਓਲੋਜੀਕਲ ਕਮਿਟਮੈਂਟ ਵੀ ਹੋ ਸਕਦੀ ਹੈ ਕਿ ਦੇਸ਼ ਦੇ ਵਿੱਚ ਪਹਿਲੀ ਵਾਰ ਉਹਨਾਂ ਦਾ ਹੱਥ ਨੂੰ ਮੌਕਾ ਮਿਲਿਆ ਤੇ ਕਿਸੇ ਰਾਸ਼ਟਰਵਾਦੀ ਸੋ ਕਾਲਡ ਰਾਸ਼ਟਰਵਾਦੀ ਨੂੰ, RSS ਵਾਲੇ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾ ਦਿੱਤਾ ਜਾਵੇ। ਪਰ ਜੇ ਉਹਨਾਂ ਨੂੰ ਲੱਗਿਆ ਕਿ ਇਹਦੇ ਨਾਲ ਚੋਣ ਹਾਰ ਸਕਦੀ ਤਾਂ ਸ਼ਾਇਦ ਉਹ ਉਹਦੀ ਚੋਣ ਨਾ ਵੀ ਕਰਨ, ਜਿਹੜੀ ਤੁਸੀਂ ਪਹਿਲੇ ਸਵਾਲ ਦੇ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਸੀ। ਅਜੀਤ ਜੀ, ਹਰਪ੍ਰੀਤ ਜੀ, ਸੇਮ ਸਵਾਲ ਤੁਹਾਡੇ ਵਾਸਤੇ ਪਲੱਸ ਤੁਸੀਂ ਦੇ ਵਿੱਚ ਕਿ RSS ਦੀ ਜਿਹੜੀ ਕੈਂਡੀਡੇਟ ਤੁਸੀਂ ਕਹਿੰਦੇ ਹੋ, ਇਹ ਜ਼ਰੂਰੀ ਨਹੀਂ ਹੈਗਾ ਕਿ ਉਹ RSS ਦਾ ਕਰਨ ਤੇ ਜਾਂ RSS ਦੀ ਬਜਾਏ ਜੇ ਉਹ ਦੂਸਰੇ ਹੋਰ ਕੈਂਡੀਡੇਟ ਨੂੰ ਖੜਾ ਕਰਨ ਜਿਹਦਾ RSS ਦਾ ਪਿਛੋਕੜ ਨਾ ਵੀ ਹੋਵੇ। ਜੇ ਕਾਂਗਰਸ ਪਾਰਟੀ ਦੇ ਖੇਮੇ ਦੇ ਵਿੱਚ ਇੰਨੀ ਤਾਕਤ ਹੋਈ ਕਿ ਉਹ ਆਪਣੀ ਮਰਜ਼ੀ ਦਾ ਜਿਹੜਾ ਹੈਗਾ ਉਹ ਕੈਂਡੀਡੇਟ ਜਿਤਾ ਸਕਦੇ ਨੇ, ਤਦ ਉਹ ਭਾਵੇਂ ਕੋਈ ਵੀ ਕੈਂਡੀਡੇਟ BJP ਖੜਾ ਕਰੇ ਉਹਨੂੰ ਹਰਾਉਣ ਦੀ ਕੋਸ਼ਿਸ਼ ਕਰਨਗੇ, ਇਸ ਚੀਜ਼ ਨੂੰ ਬਿਲਕੁਲ ਦਰਸਾਉਣ ਦੀ ਕੋਸ਼ਿਸ਼ ਕਰਨਗੇ ਲੋਕਾਂ ਦੇ ਸਾਹਮਣੇ ਕਿ BJP ਦੀ ਜਿਹੜਾ ਖੇਮਾ ਹੈ, BJP ਦੇ ਜਿਹੜੇ ਸਾਥੀਆਂ ਸਮੇਤ ਤਾਕਤ ਹੈ, ਉਹ ਕਾਂਗਰਸ ਦੀ ਜਾਂ ਦੂਸਰੀਆਂ ਪਾਰਟੀਆਂ ਜਿਹੜੀਆਂ BJP ਵਿਰੋਧੀ ਹੈ ਉਹਨਾਂ ਦੀ ਤਾਕਤ ਜਿਹੜੀ ਹੈਗੀ ਸਿਆਸੀ ਤੌਰ ਤੇ ਵੱਧ ਹੈ। ਸੋ ਇਸ ਵਾਰੀ ਮੈਨੂੰ ਨਹੀਂ ਲੱਗਦਾ ਕਿ ਜੇ ਕਿਸੇ ਵੀ ਧਿਰ ਦੀ ਮਜਬੂਰੀ ਨਹੀਂ ਬਣ ਜਾਂਦੀ ਕੰਸੈਂਸਸ, ਤਾਂ ਕੰਸੈਂਸਸ ਹੋਣ ਦੀ ਕੋਈ ਸੰਭਾਵਨਾ ਨਹੀਂ, ਕਿਉਂਕਿ ਬਹੁਤ ਤਿੱਖਾ ਸਿਆਸੀ ਵਿਰੋਧ ਚੱਲ ਰਿਹਾ ਹੈ ਜਿਹਦੇ ਵਿੱਚ ਇੱਕ ਪਾਰਟੀ ਦੂਜੀ ਪਾਰਟੀ ਨੂੰ ਬਿਲਕੁਲ ਮਾਤ ਦੇਣ ਦੀ ਕੋਸ਼ਿਸ਼ ਕਰੇਗੀ। ਸੋ ਇਹੋ ਜਿਹੇ ਹਾਲਾਤ ਦੇ ਵਿੱਚ ਮੇਰਾ ਖਿਆਲ ਹੈ RSS ਦਾ ਹੋਣਾ ਜਾਂ ਨਾ ਹੋਣਾ BJP ਵਾਸਤੇ ਇੰਨਾ ਮਹੱਤਵਪੂਰਨ ਨਹੀਂ ਹੋਏਗਾ
ਜਿੰਨਾ ਇਹ ਉਹਨਾਂ ਵਾਸਤੇ ਇਹ ਮਹੱਤਵਪੂਰਨ ਹੋਏਗਾ ਕਿ ਕਿਆ ਉਹ ਆਪਣੇ ਕੈਂਡੀਡੇਟ ਨੂੰ ਜਿਤਾ ਸਕਦੇ ਨੇ। ਹੁਣ ਜਿਹੜੀ ਗੱਲ ਆ, ਇਹ ਤੁਸੀਂ ਗੱਲ ਕੀਤੀ ਹੈ ਖਦਸ਼ੇ ਦੀ, ਖੱਟਰ ਸਾਹਿਬ ਦੀ ਜਿਹੜੀ ਮਿਸਾਲ ਦੇ ਕੇ, ਉਹਦੇ ਵਿੱਚ ਮੇਰਾ ਵਿਚਾਰ ਇਹ ਹੈ ਕਿ ਕਿਉਂਕਿ ਕਾਂਗਰਸ ਪਾਰਟੀ ਜਿੰਨਾ ਇੱਕ ਗੁੱਡਵਿਲ ਸੀ ਕਾਂਗਰਸ ਪਾਰਟੀ ਦੇ ਨਾਲ ਜੁੜੀ ਹੋਈ ਸੁਤੰਤਰਤਾ ਸੰਗਰਾਮ ਦੀ, ਉਹਨੂੰ ਉਹਨਾਂ ਨੇ ਭਨਾਇਆ ਔਰ ਭਨਾ ਕੇ ਇੱਕ ਪਰਿਵਾਰ ਦੇ ਨਾਲ ਜੋੜਤਾ। ਤੇ ਉਸ ਸਥਿਤੀ ਦੇ ਵਿੱਚ ਜਦੋਂ ਇੱਕ ਪਰਿਵਾਰ ਤਾਂ ਸਾਰੀ ਜਿਹੜੀ ਸੰਘਰਸ਼ ਸੀ ਉਹਦਾ ਫਾਇਦਾ ਉਠਾ ਰਿਹਾ ਹੈ ਕਿ ਇਸ ਪਾਰਟੀ ਨੇ, ਇਸ ਪਰਿਵਾਰ ਨੇ ਆਜ਼ਾਦੀ ਪ੍ਰਾਪਤ ਕੀਤੀ ਹੈ ਮੁਲਕ ਵਾਸਤੇ, ਉੱਥੇ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਦੀ ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਜੇ ਅਸੀਂ ਇਹੋ ਜਿਹਾ ਸੰਗਠਨ, ਜਿਵੇਂ ਬਹੁਤ ਵੱਡਾ ਸੰਗਠਨ ਆ ਜਿਹੜਾ ਆਰਐਸਐਸ, ਉਹਨਾਂ ਦੀ ਮਦਦ ਤੋਂ ਬਿਨਾਂ ਸ਼ਾਇਦ ਉਹਦਾ ਉਹ ਮੁਕਾਬਲਾ ਕਰ ਹੀ ਨਹੀਂ ਸੀ ਸਕਦੇ। ਇੱਥੇ ਆ ਕੇ ਮੈਨੂੰ ਨਹੀਂ ਲੱਗਦਾ ਕਿ ਦੋਵੇਂ ਪਾਰਟੀਆਂ ਕੋਈ ਸਹੀ ਪਲੇਟਫਾਰਮ ਤੇ ਉਹ ਸਹੀ ਵਿਚਾਰਧਾਰਕ ਜਾਂ ਸਿਆਸੀ ਜਿਹੜਾ ਵਿਚਾਰਧਾਰਾ ਉਹ ਸਹੀ ਤੇ ਸਿਆਸਤ ਕਰ ਰਹੀਆਂ ਨੇ। ਕਾਂਗਰਸ ਪਾਰਟੀ ਬਿਲਕੁਲ ਕਮਿਊਨਲ ਜਿਹੜੀ ਹੈਗੀ ਉਹ ਆਪਣਾ ਵੋਟ ਬੈਂਕ ਤੇ ਕਮਿਊਨਲ ਤੌਰ ਤੇ ਹੀ ਬੀਜੇਪੀ ਦੀ ਵਿਰੋਧਤਾ ਕਰਕੇ ਉਹਨਾਂ ਨੂੰ ਆਪਣੇ ਜਿਹੜੇ ਪੱਖੀ ਲੋਕ ਨੇ ਉਹਨਾਂ ਦੇ ਵਿੱਚ ਮਤਲਬ ਉਹਨਾਂ ਤੋਂ ਪਾਸੇ ਹਟਾ ਕੇ ਬੀਜੇਪੀ ਤੋਂ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ। ਔਰ ਇਸੇ ਤਰ੍ਹਾਂ ਹੀ ਜਦੋਂ ਆਪਣੀ ਕੁਝ ਆਪਣੀ ਕਮਜ਼ੋਰ ਸਥਿਤੀ ਦੱਸਦੀ ਹੈ ਤਾਂ ਉਹ ਜਿਹੜੀ ਹੈਗੀ ਇਹ ਜਿਹੜੀ ਬੀਜੇਪੀ ਹੈ ਇਹ ਆਰਐਸਐਸ ਦਾ ਸਹਾਰਾ ਲੈਣ ਤੋਂ ਗੁਰੇਜ਼ ਨਹੀਂ ਕਰਦੀ ਹੈਗੀ। ਇਸ ਖਿੱਚੋਤਾਣ ਦੇ ਵਿੱਚ ਅਜੇ ਤੱਕ ਕੋਈ ਪਾਰਟੀ ਸਪਸ਼ਟ ਤੌਰ ਤੇ ਜਿਹੜੀ ਡਿਵੈਲਪਮੈਂਟ ਦੀ ਰਾਜਨੀਤੀ ਹੋਵੇ, ਇਨਸਾਫ ਦੀ ਰਾਜਨੀਤੀ ਹੋਵੇ, ਉਹਦੇ ਨਾਰੇ ਤਾਂ ਕਿੰਨੇ ਮਾਰਨ, ਪਰ ਅਸਲੀਅਤ ਦੇ ਵਿੱਚ ਉਸ ਤਰ੍ਹਾਂ ਦੀ ਰਾਜਨੀਤੀ ਦੇ ਆਧਾਰ ਤੇ ਉੱਤੇ ਸੱਤਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕੋਈ ਪਾਰਟੀ ਨਹੀਂ ਕਰ ਰਹੀ ਹੈਗੀ। ਸੋ ਇਸ ਕਰਕੇ ਅਸੀਂ ਕਾਂਗਰਸ ਨੂੰ ਥੋੜਾ ਜਿਹਾ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਕਿ ਉਹਦੇ ਪਿੱਛੇ ਇਹੋ ਜਿਹਾ ਸੰਗਠਨ ਨਹੀਂ ਹੈਗਾ, ਪਰ ਉਹਨੇ ਜਿਹੜੀ ਹੈਗੀ ਧਰਮ ਨਿਰਪੱਖਤਾ ਦੇ ਆਧਾਰ ਦੇ ਉੱਤੇ ਆਪਣੇ ਵੋਟ ਬੈਂਕ ਕ੍ਰੀਏਟ ਕਰ ਰਹੇ ਨੇ। ਇਸ ਗੱਲ ਕਰਕੇ ਉਹ ਕਈ ਵਾਰੀ ਬੀਜੇਪੀ ਨੂੰ ਇਸ ਵਾਸਤੇ ਮਜਬੂਰ ਕਰ ਦਿੰਦੀ ਹੈ ਕਿ ਉਹਨੂੰ ਓਪਨਲੀ ਕਈ ਵਾਰੀ ਬੀਜੇਪੀ ਹਿੰਦੂਤਵ ਦਾ ਸਹਾਰਾ ਲੈਂਦੀ ਹੈ, ਪਰ ਅਸਲ ਦੇ ਵਿੱਚ ਕੋਈ ਦੋਹਾਂ ਦੀ ਰਾਜਨੀਤੀ 'ਚ ਫਰਕ ਨਹੀਂ ਹੈਗਾ। ਇਸ ਗੱਲ ਕਰਕੇ ਆਪਾਂ ਇਹ ਕਹੀਏ ਕਿ ਇਹ ਪਾਰਟੀ ਕਿਸੇ ਜਿਹੜੀ ਹੈਗੀ ਧਰਮ ਨਿਰਪੱਖ ਤੌਰ ਤੇ ਰਾਜਨੀਤੀ ਕਰਦੀ ਹੈ, ਦੂਜੀ ਕਿਸੇ ਸੰਗਠਨ ਜਿਹੜਾ ਹਿੰਦੂਵਾਦੀ ਸੰਗਠਨ ਹੈ ਉਹਦਾ ਫਾਇਦਾ ਲੈਂਦੀ ਹੈ। ਇਹ ਮੇਰਾ ਖਿਆਲ ਅਸਲੀਅਤ ਦੇ ਵਿੱਚ ਕੁਝ ਨਹੀਂ ਹੈਗਾ। ਇਹ ਇੱਕ ਸਿਆਸੀ ਚਾਲਾਂ ਨੇ ਜਿਹਦੇ ਵਿੱਚ ਹਲੇ ਜਦੋਂ ਇਹਦਾ ਧਰਮ ਨਿਰਪੱਖਤਾ ਦੀ ਗੱਲ ਕਰਨੀ ਹੁੰਦੀ ਆ ਤਾਂ ਸ਼ਾਇਦ ਅਜੇ ਕਾਂਗਰਸ ਪਾਰਟੀ ਦਾ ਥੋੜਾ ਜਿਹਾ ਹੱਥ ਕਈ ਵਾਰ ਉੱਤੇ ਹੋ ਜਾਂਦਾ ਹੈ ਜੀ। ਇੱਕ ਸਵਾਲ ਹੋਰ ਮੈਂ ਕਰਨਾ ਚਾਹੂੰਗਾ ਪ੍ਰੈਜ਼ੀਡੈਂਟ ਕੈਂਡੀਡੇਟ ਤੋਂ। ਕਾਫੀ ਨਾਮ ਅੱਗੇ ਆ ਰਹੇ, ਆਪਾਂ ਨਾਮਾਂ ਤੇ ਡਿਸਕਸ ਨਹੀਂ ਕਰਾਂਗੇ, ਪਰ ਕੁਝ ਪੋਲਿਟੀਕਲ ਐਨਾਲਿਸਟ ਦਾ ਇਹ ਜ਼ਰੂਰ ਕਹਿਣਾ ਵਾ, ਭਲਾ ਸਬਦੀਸ਼ ਜੀ ਤੇ ਅਜੀਤ ਦੀ ਗੱਲਾਂ ਤੋਂ ਵੀ ਲੱਗ ਰਿਹਾ ਕਿ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਬੀਜੇਪੀ ਸਿਰਫ ਆਰਐਸਐਸ ਦੀ ਆਈਡੀਓਲੋਜੀ ਕਾਰਨ ਕੈਂਡੀਡੇਟ ਨੋਮੀਨੇਟ ਨਹੀਂ ਕਰੂ, ਕਿਤੇ ਨਾ ਕਿਤੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਜਾਂ ਮਨਸ਼ਾ ਜ਼ਰੂਰ ਹੋਊਗੀ ਬੀਜੇਪੀ ਦੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ। ਸਵਾਲ ਮੇਰਾ ਇਹ ਆ ਕਿ ਕੁਝ ਜੋ ਪੋਲਿਟੀਕਲ ਐਨਾਲਿਸਟ ਇਹ ਕਹਿ ਰਿਹਾ ਕਿ ਜੇ ਬੀਜੇਪੀ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਤੋਂ ਮੁਸਲਿਮ ਕੈਂਡੀਡੇਟ ਦਾ ਨਾਂ ਅੱਗੇ ਕਰਦੀ ਆ ਤੇ ਪ੍ਰੈਜ਼ੀਡੈਂਟ ਇਲੈਕਸ਼ਨ ਜਿੱਤਣਾ ਨਾ ਜਿੱਤਣਾ ਉਹਨੂੰ ਜੇ ਅਸੀਂ ਇੱਕ ਪਾਸੇ ਵੀ ਰੱਖ ਦਈਏ, 2019 ਦੇ ਵਿੱਚ ਜੋ ਪੋਲਰਾਈਜੇਸ਼ਨ ਵੋਟਰਸ ਦੀ ਕਰਨ ਵਿੱਚ ਜੇ ਬੀਜੇਪੀ ਇਸ ਸਟ੍ਰੈਟਜੀ ਤੋਂ ਕਾਮਯਾਬ ਜ਼ਰੂਰ ਹੋ ਸਕਦੀ ਆ। ਸੀਪੀ ਸਿੰਘ ਜੀ। ਹਰਪ੍ਰੀਤ ਜੀ, ਕਾਮਯਾਬ ਹੋ ਸਕਦੀ ਹੈ ਬਿਲਕੁਲ, ਬਟ ਇਹਦੇ ਨਾਲ ਮੇਰੇ ਹਿਸਾਬ ਨਾਲ ਅਗਰ ਦੇਖੋ ਤਾਂ ਮੈਨੂੰ ਨਹੀਂ ਲੱਗਦਾ, ਜਿਵੇਂ ਅਜੀਤ ਜੀ ਵੀ ਕਹਿ ਰਹੇ ਨੇ ਜਾਂ ਸ਼ਬੀਰ ਜੀ ਨੇ ਵੀ ਕਿਹਾ ਥੋੜਾ ਜਿਹਾ, ਬਟ ਬੀਜੇਪੀ ਦੀ ਜਿਹੜੀ ਮੇਨ ਸਟ੍ਰੈਟਜੀ ਉਹ ਆਰਐਸਐਸ ਦੇ ਉੱਪਰ ਹੀ ਰਹੇਗੀ। ਮੁਸਲਿਮ ਕੈਂਡੀਡੇਟ ਅਗਰ ਉਹ ਨੋਮੀਨੇਟ ਕਰਦੀ ਵੀ ਹੈ ਤਾਂ ਥੋੜਾ ਬਹੁਤ ਫਾਇਦਾ ਉਹਨੂੰ ਯੂਪੀ 'ਚ ਜ਼ਰੂਰ ਹੋ ਸਕਦਾ ਹੈ, ਬਟ ਯੂਪੀ ਦੇ ਵਿੱਚ ਵੀ ਦੇਖੋ 2019 ਤੱਕ ਕੀ ਸਮੀਕਰਨ ਬਣਦੇ ਨੇ ਉਹ ਖੈਰ ਆਉਣ ਵਾਲਾ ਟਾਈਮ ਸਾਨੂੰ ਜ਼ਿਆਦਾ
कर सकता है, लेकिन ਇਹ ਵਾਲੀ स्ट्रैटेजी मेरे हिसाब ਨਾਲ बिल्कुल भी नहीं रहेगी बीजेपी ਦੀ, क्योंकि बीजेपी ਦੇ ਵਿੱਚ ਜ਼ਿਆਦਾਤਰ ਜਿਹੜੀ ਮੈਜੋਰਿਟੀ ਹੈ ਜਾਂ ਜਿਹੜੀ ਕਹਿ ਲਓ ਕਿ बीजेपी ਦੀ ਕਮਾਨ ਹੈ ਜਿਹੜੀ ਉਹ ਆਰਐਸਐਸ ਦੇ ਅੰਦਰ ਆਂਦੀ ਹੈ। ਇਸ ਤੋਂ ਅਸੀਂ ਮੁਨਕਰ ਨਹੀਂ ਕਰ ਸਕਦੇ। ਸੋ ਉਹਨਾਂ ਦਾ ਜਿਹੜਾ ਮੇਨ ਪ੍ਰਾਇੋਰਟੀ ठीक है इलेक्शन जितना तो जरूर रहेगी, लेकिन अपने कैंडिडेट तो जितना उन्होंने मेन प्रायोरिटी ਜਿਹੜੀ ਬਣੀ ਹੋਏਗੀ। और आरएसएस ਦਾ ਕੈਂਡੀਡੇਟ ਲਿਆਉਣਾ ਸ਼ਾਇਦ ਉਹਨਾਂ ਦੀ ਇੱਕ ਤੁਸੀਂ ਕਹਿ ਲਓ ਕਿ ਕਿਉਂਕਿ ਕਮਾਨ ਉਹਨਾਂ ਦੇ ਹੱਥ ਹੈ, ਮਜਬੂਰੀ ਵੀ ਬਣ ਸਕਦੀ ਹੈ, ਬਟ ਮੁਸਲਿਮ ਕੈਂਡੀਡੇਟ ਲਿਆਉਣ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਉਹ ਸ਼ਾਇਦ ਇੰਨੀ ਪ੍ਰਾਇੋਰਟੀ ਨਹੀਂ ਦੇਣਗੇ। ਹਾਂ ਹੋ ਸਕਦਾ ਕਿ ਅਗਰ ਕੋਈ ਐਦਾਂ ਦਾ ਕੈਲੀਬ੍ਰੇਟਡ ਕੈਂਡੀਡੇਟ ਮਿਲ ਜਾਏ ਜਿਹੜਾ ਕਿ ਉਹ ਤੁਸੀਂ ਕਹਿ ਲਓ ਕਿ ਜਿੱਦਾਂ प्रीवियस हिस्ट्री भी ਅਸੀਂ ਇੰਡੀਆ ਦੀ ਦੇਖ ਲਈਏ ਤਾਂ ਉਸ ਦੇ ਕੈਲੀਬਰ ਦੇ ਅਕੋਰਡਿੰਗ ਅਗਰ ਕੈਂਡੀਡੇਟ ਮਿਲ ਜਾਂਦਾ ਹੈ ਤਾਂ ਉਹ ਕੈਂਡੀਡੇਟ ਨੂੰ ਜ਼ਿਆਦਾ ਤਰਜੀਹ ਦੇ ਸਕਦੀ ਹੈ, ਬਜਾਏ ਇਹਦੇ ਕਿ ਉਹ ਕੈਂਡੀਡੇਟ ਨੂੰ ਅੱਗੇ ਰੱਖ ਕੇ 2019 ਦੀ ਇਲੈਕਸ਼ਨ ਨੂੰ ਮੱਦੇਨਜ਼ਰ ਉਹ ਕੈਂਡੀਡੇਟ ਅਨਾਉਂਸ ਕਰੇ। ਮੇਰਾ ਇਹ ਮੰਨਣਾ ਇਹ ਹੈ ਕਿ ਉਹ ਆਰਐਸਐਸ ਦੀ ਜਿਹੜੀ ਤਰਜੀਹ ਹੈ ਬੀਜੇਪੀ ਵੱਲੋਂ ਜ਼ਿਆਦਾ ਰਹੇਗੀ। ਸਬਦੀਸ਼ ਜੀ ਜਾਂ ਅਜੀਤ ਜੀ ਇਸ ਸਵਾਲ ਦਾ ਜਵਾਬ ਦੇਣਾ ਚਾਹੋ। ਮੈਨੂੰ ਨਹੀਂ ਲੱਗਦਾ ਕਿ ਉਹ ਜੇ ਉਹਨਾਂ ਨੂੰ ਦਿਸਦਾ ਹੋਵੇ ਕਿ ਨੌਨ ਆਰਐਸਐਸ ਜਾਂ ਕੋਈ ਕੈਂਡੀਡੇਟ ਖੜਾ ਕਰਕੇ ਉਹ ਜਿੱਤ ਸਕਦੇ ਨੇ, ਈਵਨ ਦੈਨ ਉਹ ਆਰਐਸਐਸ ਨੂੰ ਪ੍ਰੈਫਰੈਂਸ ਦੇਣਗੇ। ਆਰਐਸਐਸ ਵੀ ਚਾਹੇਗੀ ਕਿ ਆਰਐਸਐਸ ਦਾ ਕੈਂਡੀਡੇਟ ਖੜਾ ਕਰਕੇ ਉਹ ਹਾਰ ਭਾਵੇਂ ਜਾਵੇ। ਇਹ ਆਰਐਸ ਜੇ ਉਹਨਾਂ ਦੀ ਮਦਦ ਕਰਦੀ ਹੈ ਬੀਜੇਪੀ ਦੀ ਜਾਂ ਉਹਦੀ ਪਿੱਛੇ ਖੜਨ ਵਾਲੀ ਤਾਕਤ ਆ ਉਹਦੀ, ਤਾਂ ਉਹ ਕਦੇ ਨਹੀਂ ਚਾਹਣਗੇ ਕਿ ਜਿਹੜਾ ਸਾਡਾ ਇੱਕ ਫਰੰਟ ਅੱਗੇ ਲੜ ਰਿਹਾ, ਜਿਵੇਂ ਕਹਿ ਦਿੱਤਾ ਜਾਂਦਾ ਕਿ ਪੋਲੀਟੀਕਲ ਫਰੰਟ ਆਰਐਸਐਸ ਦਾ ਬੀਜੇਪੀ, ਉਹਨੂੰ ਹਾਰ ਦਾ ਸਾਹਮਣਾ ਕਰਨਾ ਪਵੇ ਪਰ ਕੈਂਡੀਡੇਟ ਜਿਹੜਾ ਹੈਗਾ ਉਹ ਆਰਐਸਐਸ ਦਾ ਹੋਵੇ। ਇਹੋ ਜਿਹਾ ਕੁਝ ਨਹੀਂ ਹੋਣ ਲੱਗਿਆ। ਜੇ ਉਹਨਾਂ ਨੂੰ ਦਿਸਦਾ ਹੋਇਆ ਕਿ ਆਰਐਸਐਸ ਦੇ ਈਵਨ ਬੀਜੇਪੀ ਦੀ ਖੇਮੇ ਦੇ ਵਿੱਚੋਂ, ਜਿਵੇਂ ਅਬਦੁਲ ਕਲਾਮ ਸਾਹਿਬ ਨੂੰ ਪਹਿਲਾਂ ਲਿਆਂਦਾ ਸੀ, ਉਹ ਕੋਈ ਬੀਜੇਪੀ ਦੇ ਮੈਂਬਰ ਨਹੀਂ ਸੀ, ਜੇ ਉਹ ਲਿਆ ਕੇ ਆਪਣੇ ਪੱਖ ਦਾ ਕੈਂਡੀਡੇਟ ਜਿਤਾ ਕੇ ਇਹ ਲੋਕਾਂ ਤੇ ਪ੍ਰਭਾਵ ਪਾ ਸਕਦੇ ਹੋਏ ਕਿ ਬੀਜੇਪੀ ਜਿਹੜੀ ਹੈਗੀ ਉਹ ਆਪਣੀ ਤਾਕਤ ਵਧਾਉਣ ਵਾਲਾ, ਤਾਂ ਉਹ ਕਰਨਗੇ। ਮੈਨੂੰ ਇਹ ਲੱਗਦਾ ਨਹੀਂ ਕਿ ਇਹੋ ਜਿਹੀ ਉਹ ਕੋਈ ਗਲਤੀ ਕਰਨਗੇ ਕਿ ਆਪਣੇ ਆਪ ਨੂੰ ਕਮਜ਼ੋਰ ਸ਼ੋਅ ਕਰਨ। ਸਬਦੀਸ਼ ਜੀ ਤੁਸੀਂ ਇੱਕ ਗੱਲ ਮੈਂ ਇੱਥੇ ਜ਼ਰੂਰ ਕਰਨੀ ਚਾਹਾਂਗਾ ਜੇ ਤੁਸੀਂ ਹੁਣ ਮੈਨੂੰ ਮੌਕਾ ਦੇ ਸਕੋ। ਪਲੀਜ਼ ਗੋ ਹੈਡ। ਪਹਿਲੀ ਗੱਲ ਤਾਂ ਇਹ ਹੈ ਕਿ ਆਰਐਸਐਸ ਬਾਰੇ ਐਦਾਂ ਕਹਿਣਾ, ਬੀਜੇਪੀ ਤੇ ਆਰਐਸਐਸ ਬਾਰੇ ਐਦਾਂ ਕਹਿਣਾ ਕਿ ਬੀਜੇਪੀ ਆਰਐਸਐਸ ਦੀ ਸਪੋਰਟ ਲੈਂਦੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਗਲਤ ਗੱਲ ਹੈ। ਜਦੋਂ ਅਸੀਂ ਪੰਜਾਬ ਦੇ ਵਿੱਚ ਕਹਿੰਦੇ ਆ ਕਿ ਡੇਰਾ ਸੱਚਾ ਸੌਦਾ ਦੀ ਪਾਰਟੀਆਂ ਸਪੋਰਟ ਲੈਂਦੀਆਂ ਤਾਂ ਉਹ ਗੱਲ ਸਮਝ ਦੇ ਵਿੱਚ ਆਉਂਦੀ ਹੈ। ਰਿਐਲਿਟੀ ਇਹ ਆ ਕਿ ਆਰਐਸਐਸ ਦੇ ਸਿਆਸੀ ਵਿੰਗ ਵੱਲੋਂ ਪਹਿਲਾਂ ਜਨਸੰਘ ਦੀ ਸਥਾਪਨਾ ਕੀਤੀ ਗਈ, ਫਿਰ ਜਨਤਾ ਪਾਰਟੀ ਦੀ ਸ਼ਕਲ ਦੇ ਵਿੱਚ ਪੂਰੀ ਜਨਤਾ ਪਾਰਟੀ ਦੇ ਉੱਤੇ ਆਰਐਸਐਸ ਦੀ ਵਿਚਾਰਧਾਰਾ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਜਨਤਾ ਪਾਰਟੀ ਦੇ ਅੰਦਰ ਸੈਕੂਲਰ ਲੋਕਾਂ ਨੇ ਦੋਹਰੀ ਮੈਂਬਰਸ਼ਿਪ ਦੇ ਉੱਤੇ ਸਵਾਲ ਉਠਾ ਦਿੱਤਾ ਤਾਂ ਬੀਜੇਪੀ ਦੀ ਸਥਾਪਨਾ ਕੀਤੀ ਗਈ ਅਡਵਾਨੀ ਤੇ ਵਾਜਪਾਈ ਦੀ ਅਗਵਾਈ ਦੇ ਵਿੱਚ, ਜਿਹਦੇ 'ਚ ਮੰਨਿਆ ਗਿਆ ਕਿ ਆਰਐਸਐਸ ਦਾ ਮੈਂਬਰ ਹੋਣਾ ਤੇ ਬੀਜੇਪੀ ਦਾ ਮੈਂਬਰ ਹੋਣਾ ਬਿਲਕੁਲ ਕੋਈ ਇਤਰਾਜ਼ਯੋਗ ਗੱਲ ਨਹੀਂ ਆ, ਅਸੀਂ ਦੋਨਾਂ ਦੇ ਮੈਂਬਰ ਹੋ ਸਕਦੇ ਹਾਂ। ਇਸ ਕਰਕੇ ਪਹਿਲੀ ਗੱਲ ਤੇ ਸਾਨੂੰ ਇਹ ਮੰਨਣੀ ਚਾਹੀਦੀ ਆ ਕਿ ਆਰਐਸਐਸ ਨੇ ਆਪਣਾ ਇੱਕ ਸਿਆਸੀ ਵਿੰਗ ਦੇ ਤੌਰ ਤੇ ਬੀਜੇਪੀ ਨੂੰ ਸਥਾਪਿਤ ਕੀਤਾ ਵਾ। ਉਹ ਬੀਜੇਪੀ ਦੀ ਕੋਈ ਐਵੇਂ ਮਦਦ ਨਹੀਂ ਕਰਦੀ ਮੁੱਦਿਆਂ ਦੇ ਆਧਾਰ ਦੇ ਉੱਤੇ। ਉਹ ਇੱਕ ਵਿਚਾਰਧਾਰਾ ਹੈ ਜਿਹਨੂੰ ਉਹ ਸਿਆਸਤ ਦੇ ਖੇਤਰ ਦੇ ਵਿੱਚ ਬੀਜੇਪੀ ਰਾਹੀਂ ਪ੍ਰੀਵੇਲ ਕਰਦੀ ਹੋਈ ਦਿਖਾਉਣਾ ਚਾਹੁੰਦੇ ਨੇ। ਪਰ ਕਿਉਂਕਿ ਬੀਜੇਪੀ ਇੱਕ ਸਿਆਸੀ ਪਾਰਟੀ ਹੈ, ਇਸ ਕਰਕੇ ਹਰ ਬੀਜੇਪੀ ਮੈਂਬਰ ਦੇ ਉੱਤੇ ਸ਼ਰਤ ਵੀ ਨਹੀਂ ਲਾਈ ਜਾ ਸਕਦੀ ਕਿ ਉਹ ਆਰਐਸਐਸ ਦਾ ਮੈਂਬਰ ਲਾਜ਼ਮੀ ਤੌਰ ਦੇ ਉੱਤੇ ਬਣੇ। ਜਿਹੜੇ ਦੋਹਰੀ ਮੈਂਬਰਸ਼ਿਪ ਲੈਣਾ ਚਾਹੁੰਦੇ ਉਹਨਾਂ ਨੂੰ ਦੋਹਰੀ ਮਿਲਦੀ ਹੈ, ਜਿਹੜੇ ਨਹੀਂ ਲੈਣਾ ਚਾਹੁੰਦੇ ਉਹਨਾਂ ਨੂੰ ਦੋਹਰੀ ਮੈਂਬਰਸ਼ਿਪ ਨਹੀਂ ਦਿੱਤੀ ਜਾਂਦੀ। ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਵੀ ਕਹਿ ਸਕਦੇ ਹੋ ਕਿ ਕਮਿਊਨਿਸਟ ਪਾਰਟੀਆਂ ਦੇ ਅੰਦਰ ਜਿਹੜੇ ਲੋਕ ਵਿਚਾਰਧਾਰਕ ਤੌਰ ਤੇ ਮਾਰਕਸਵਾਦ ਵੱਲ ਨੂੰ ਪ੍ਰੇਰਿਤ ਹੋ ਜਾਂਦੇ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ, ਪਰ ਜਿਹੜੇ ਲੋਕ ਮਾਰਕਸਵਾਦ ਵੱਲ ਪ੍ਰੇਰਿਤ ਨਹੀਂ ਹੁੰਦੇ, ਲੋਕਾਂ ਦੇ ਹੱਕਾਂ ਹਿੱਤਾਂ ਲਈ ਲੜਨਾ ਪਸੰਦ ਕਰਦੇ ਨੇ, ਉਹਨਾਂ ਨੂੰ ਕਿਸਾਨ ਸਭਾ ਦੇ ਵਿੱਚ, ਖੇਤ ਮਜ਼ਦੂਰ ਸਭਾ ਦੇ ਵਿੱਚ, ਵਿਦਿਆਰਥੀ ਵਿੰਗ ਦੇ ਵਿੱਚ, ਨੌਜਵਾਨ ਸਭਾ ਦੇ ਵਿੰਗ ਦੇ ਵਿੱਚ ਜਿਹੜਾ ਇਸਤੇਮਾਲ ਕੀਤਾ ਜਾਂਦਾ। ਇਸ ਕਰਕੇ ਬੀਜੇਪੀ ਤੇ ਆਰਐਸਐਸ ਦੇ ਸਬੰਧ ਨੂੰ ਬਹੁਤ ਕਲੀਅਰਲੀ ਸਮਝੇ ਜਾਣ ਦੀ ਜ਼ਰੂਰਤ ਹੈ। ਔਰ ਮੈਂ ਇਹ ਬਿਲਕੁਲ ਕਲੀਅਰ ਸਮਝਦਾ ਕਿ ਬੀਜੇਪੀ ਹੀ ਨਹੀਂ, ਆਰਐਸਐਸ ਵੀ ਨਹੀਂ ਚਾਹੇਗੀ ਕਿ ਕਿਸੇ ਐਸੇ ਕੈਂਡੀਡੇਟ ਦੀ ਜਿਹੜੀ ਚੋਣ ਕਰਨ ਦਾ ਯਤਨ ਕੀਤਾ ਜਾਵੇ ਜਿਹੜਾ ਸੈਕੂਲਰਿਜ਼ਮ ਦੇ ਨਾਂ ਦੇ ਉੱਤੇ ਦੇਸ਼ ਦੇ ਵਿੱਚ ਹਾਰ ਖਾ ਜਾਵੇ, ਕਿਉਂਕਿ ਜਦੋਂ ਰਾਸ਼ਟਰਪਤੀ ਦੀ ਚੋਣ ਦੇ ਵਿੱਚ ਬੀਜੇਪੀ ਮਾਤ ਖਾ ਜਾਏਗੀ ਉਸ ਕੈਂਡੀਡੇਟ ਦੀ ਵਜ੍ਹਾ ਦੇ ਕਰਕੇ ਦੇਸ਼ ਦੇ ਅੰਦਰ ਬਾਕੀ ਦੀਆਂ ਪਾਰਟੀਆਂ ਰਾਸ਼ਟਰਪਤੀ ਦੀ ਚੋਣ ਕਰਕੇ ਇੱਕ ਗੱਠਜੋੜ ਪੈਦਾ ਕਰ ਲੈਣਗੀਆਂ। ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਤੌਰ ਤੇ ਵੀ ਇੱਕ ਨੁਕਸਾਨਦਾਇਕ ਸਾਬਤ ਹੋ ਸਕਦਾ। ਇਸ ਕਰਕੇ ਬੀਜੇਪੀ ਰਾਸ਼ਟਰਪਤੀ ਦੀ ਚੋਣ ਨੂੰ
2019 ਦੀਆਂ ਲੋਕ ਸਭਾ ਚੋਣਾਂ ਨਾਲੋਂ ਨਿਖੇੜ ਕੇ ਦੇਖਣ ਦਾ ਯਤਨ ਨਹੀਂ ਕਰੇਗੀ। ਉਹ ਐਦਾਂ ਦਾ ਕੋਈ ਰਿਸਕ ਨਹੀਂ ਲਵੇਗੀ ਕਿ ਇਹ ਰਾਸ਼ਟਰਪਤੀ ਦੀ ਵਜ੍ਹਾ ਕਰਕੇ ਇੱਕ ਐਸਾ ਗੱਠਜੋੜ ਪੈਦਾ ਹੋ ਜਾਵੇ ਜਿਹੜਾ ਮੁੜ ਕੇ ਕੰਟੀਨਿਊ ਕਰ ਜਾਵੇ ਲੋਕ ਸਭਾ ਦੀਆਂ ਚੋਣਾਂ ਤੱਕ। ਇਸ ਕਰਕੇ ਉਹਨਾਂ ਦੀ ਪੂਰੀ ਕੋਸ਼ਿਸ਼ ਹੋਏਗੀ, ਜੇ ਤਾਂ ਉਹਨਾਂ ਕੋਲੇ ਪੂਰੀ ਤਾਕਤ ਹੋਈ ਜਿਹਦੇ ਵਿੱਚ ਉਹ ਹਰ ਹਾਲਤ ਦੇ ਵਿੱਚ RSS ਦਾ ਬੰਦਾ ਜਿਤਾ ਸਕਦੇ ਹੋਏ, ਫਿਰ ਲਾਜ਼ਮੀ ਤੌਰ ਤੇ ਉਹਨੂੰ ਖੜਾ ਕਰਨਗੇ। ਨਹੀਂ ਤਾਂ ਫਿਰ ਉਹ ਆਪਣੀ ਚੋਣ ਕਿਸੇ ਐਸੇ ਬੰਦੇ ਉੱਤੇ ਸੀਮਤ ਕਰ ਲੈਣਗੇ ਜਿਹਦੇ ਰਾਹੀਂ ਸਿਆਸੀ ਤੌਰ ਦੇ ਉੱਤੇ ਉਹਨਾਂ ਨੂੰ ਮਾਤ ਨਾ ਮਿਲੇ। ਬਾਕੀ ਕਈ ਵਾਰੀ ਇਹ ਵੀ ਹੁੰਦਾ ਕਿ ਤੁਸੀਂ ਜਦੋਂ ਤੁਹਾਡੀ ਪਾਰਟੀ ਛੋਟੀ ਹੋਵੇ, ਜਦੋਂ ਤੁਹਾਡੇ ਕੋਲੇ ਜਿੱਤ ਦੀ ਸੰਭਾਵਨਾ ਨਾ ਹੋਵੇ, ਉਦੋਂ ਤੁਸੀਂ ਹੋਰ ਤਰੀਕੇ ਦੇ ਨਾਲ ਲੜਾਈ ਲੜਦੇ ਹੋ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਦੋਂ ਕਲਾਮ ਸਾਹਿਬ ਨੇ ਚੋਣ ਲੜੀ ਸੀ ਬੀਜੇਪੀ ਦੇ ਮੰਚ ਤੋਂ, ਔਰ ਬਹੁਤ ਇਸ ਗੱਲ ਦੀ ਸੰਭਾਵਨਾ ਸੀ ਕਿ ਉਹਨੂੰ ਕਾਂਗਰਸ ਵੀ ਸਪੋਰਟ ਕਰ ਸਕਦੀ ਆ, ਹੋਰ ਲੋਕ ਵੀ ਸਪੋਰਟ ਕਰ ਸਕਦੇ ਨੇ, ਤਾਂ ਉਦੋਂ CPIM ਤੇ ਖੱਬੇ ਪੱਖੀ ਪਾਰਟੀਆਂ ਵੱਲੋਂ ਰਲ ਕੇ ਕੁਝ ਸੈਕੂਲਰ ਪਾਰਟੀਆਂ ਦੀ ਸਪੋਰਟ ਦੇ ਨਾਲ ਲక్ష్ਮੀ ਸਹਿਗਲ ਨੂੰ ਜਿਹੜਾ ਉਹ ਚੋਣ ਦੇ ਵਿੱਚ ਉਤਾਰ ਦਿੱਤਾ ਗਿਆ ਸੀ, ਜਿਹੜੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਜਿਹੜੀ ਬਣਾਈ ਹੋਈ ਰਾਣੀ ਝਾਂਸੀ ਬ੍ਰਿਗੇਡ ਸੀ ਉਹਦੇ ਨਾਲ ਜੁੜੇ ਹੋਏ ਸੀ, ਉਹਦੇ ਕਮਾਂਡਰ ਹੋਇਆ ਕਰਦੇ ਸੀ। ਔਰ ਬਾਅਦ ਦੇ ਵਿੱਚ ਉਹਨਾਂ ਨੇ ਖੱਬੇ ਪੱਖੀ ਵਿਚਾਰਧਾਰਾ ਦੇ ਵਿੱਚ ਸਪੈਸ਼ਲੀ CPIM ਦੇ ਵਿੱਚ ਸ਼ਮੂਲੀਅਤ ਕਰ ਲਈ ਸੀ ਤੇ ਉਹਨਾਂ ਨੂੰ ਪ੍ਰਤੀਕਾਤਮਕ ਤੌਰ ਦੇ ਉੱਤੇ ਕੈਂਡੀਡੇਟ ਖੜਾ ਕਰ ਦਿੱਤਾ ਗਿਆ ਸੀ। ਹਰ ਇੱਕ ਨੂੰ ਪਤਾ ਸੀ ਕਿ ਸਹਿਗਲ ਮੈਡਮ ਹਾਰ ਜਾਣਗੇ, ਕਲਾਮ ਸਾਹਿਬ ਜਿੱਤ ਜਾਣਗੇ, ਪਰ ਕਿਉਂਕਿ CPIM ਤੇ ਲੈਫਟ ਦੀ ਮੂਵਮੈਂਟ BJP ਦੇ ਕਿਸੇ ਕੈਂਡੀਡੇਟ ਨੂੰ ਸਪੋਰਟ ਨਹੀਂ ਸੀ ਕਰਨਾ ਚਾਹੁੰਦੀ, ਉਹਨਾਂ ਨੇ ਪ੍ਰਤੀਕਾਤਮਕ ਤੌਰ ਦੇ ਉੱਤੇ ਇੱਕ ਕੈਂਡੀਡੇਟ ਖੜਾ ਕਰ ਦਿੱਤਾ। ਜੇ ਇਸ ਵਾਰ ਵੀ BJP ਦੀ ਪੂਰੀ ਕੋਸ਼ਿਸ਼ ਹੋਏਗੀ ਕਿ ਲੈਫਟ ਨੂੰ ਤੇ ਬਾਕੀ ਸੈਕੂਲਰ ਨੂੰ ਨਿਖੇੜ ਲਿਆ ਜਾਵੇ ਤਾਂ ਕਿ ਇੱਕ ਐਦਾਂ ਦੀ ਪੋਜੀਸ਼ਨ ਬਣ ਜਾਵੇ ਕਿ BJP ਦਾ ਕੈਂਡੀਡੇਟ ਕਦੇ ਵੀ ਨਾ ਹਾਰੇ। ਦੂਜੇ ਪਾਸੇ ਕਿਉਂਕਿ BJP ਬਹੁਤ ਮਜ਼ਬੂਤ ਹੋ ਗਈ ਆ, ਲੈਫਟ ਤੇ ਬਾਕੀ ਦੀਆਂ ਸੈਕੂਲਰ ਪਾਰਟੀਆਂ ਦੀ ਕੋਸ਼ਿਸ਼ ਹੋਏਗੀ ਕਿ BJP ਕੋਲੋਂ ਗਲਤੀ ਹੋਵੇ ਐਸਾ ਕੈਂਡੀਡੇਟ ਦੇਣ ਵਾਲੀ ਜਿਹਦੇ ਨਾਲ ਉਹ ਆਪਣੇ ਆਪ ਨੂੰ ਇਕਮੁੱਠ ਕਰਕੇ ਲੋਕ ਸਭਾ ਦੀਆਂ ਚੋਣਾਂ ਤੱਕ ਕੰਟੀਨਿਊ ਕਰ ਸਕਣ। ਇਦਾਂ ਦੀ ਪੋਜੀਸ਼ਨ ਲਾਜ਼ਮੀ ਬਣੇਗੀ। ਇੱਕ ਗੱਲ ਤੇ ਤੈਅ ਹੈ ਕਿ ਅੱਜ ਇੰਡੀਆ ਦੇ ਵਿੱਚ BJP ਨੰਬਰ 1 ਦੀ ਪੋਜੀਸ਼ਨ ਤੇ ਆ ਚੁੱਕੀ ਆ ਤੇ ਕਾਂਗਰਸ ਜਾਂ ਦੂਜੀਆਂ ਪਾਰਟੀਆਂ ਭਾਵੇਂ ਦਾਅਵਾ ਕਰਨ ਪਰ ਕਿਤੇ ਨਾ ਕਿਤੇ ਅੱਜ ਰੇਸ 'ਚ BJP ਤੋਂ ਪਿੱਛੇ ਰਹਿ ਚੁੱਕੇ ਨੇ, ਪਿੱਛੇ ਹੋ ਗਏ ਨੇ। ਜੇ ਥੋੜੀ ਜਿਹੀ ਮੈਂ BJP ਦੀ ਸਟ੍ਰੈਟਜੀ ਦੀ ਗੱਲ ਕਰਾਂ, BJP ਚਾਹੇ ਨੈਸ਼ਨਲ ਲੈਵਲ ਦੀ ਇਲੈਕਸ਼ਨ ਹੋਏ, ਚਾਹੇ ਸਟੇਟ ਲੈਵਲ ਦੀ ਇਲੈਕਸ਼ਨ ਹੋਏ, ਚਾਹੇ ਸਿਟੀ ਲੈਵਲ ਦੀ ਇਲੈਕਸ਼ਨ ਹੋਏ, ਚਾਹੇ ਪਿੰਡ ਲੈਵਲ ਦੀ ਇਲੈਕਸ਼ਨ ਹੋ ਜਿਹਨੂੰ ਪੰਚਾਇਤ ਇਲੈਕਸ਼ਨ ਕਹਿ ਦਿੰਦੇ ਆ, ਹਰ ਇਲੈਕਸ਼ਨ ਵਿੱਚ ਜੋ ਕੈਂਡੀਡੇਟ ਉਤਾਰਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੀ ਆ। ਉੜੀਸਾ ਵਿੱਚ ਪੰਚਾਇਤ ਇਲੈਕਸ਼ਨ ਚੱਲ ਰਹੀ ਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਟਵੀਟ ਕਰਕੇ ਲੋਕਾਂ ਦਾ ਥੈਂਕ ਯੂ ਕਰਦੇ ਆ। ਕਿਤੇ ਨਾ ਕਿਤੇ BJP ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ BJP ਦੇ ਪੈਰ ਇੰਡੀਆ ਦੇ ਹਰ ਜਗ੍ਹਾ, ਹਰ ਸਟੇਟ ਜਾਂ ਹਰ ਸਿਟੀ 'ਚ ਕੋਨੇ-ਕੋਨੇ ਤੱਕ ਫੈਲਾ ਦਿੱਤੇ ਜਾਣ। ਉਹਦੇ ਚੱਲਦੇ ਹੋਏ ਆਪੋਜੀਸ਼ਨ ਕੋਲ ਇੱਕੋ ਹੀ ਤਰੀਕਾ ਵਾ ਕਿ ਜੇ ਆਪੋਜੀਸ਼ਨ BJP ਦੇ ਖਿਲਾਫ ਇਕੱਠੀ ਹੁੰਦੀ ਆ, ਚਾਹੇ RSS ਦਾ ਏਜੰਡਾ ਯੂਜ਼ ਕਰਨ, ਚਾਹੇ ਕੱਟੜਵਾਦੀ ਹਿੰਦੂਤਵ ਦਾ ਏਜੰਡਾ ਯੂਜ਼ ਕਰਨ। ਤੇ ਸਵਾਲ ਮੇਰਾ ਇਹ ਆ ਕਿ ਜੇ ਸਾਰੀ ਆਪੋਜੀਸ਼ਨ ਇੱਕ ਕੈਂਡੀਡੇਟ ਖੜਾ ਕਰਕੇ ਪ੍ਰੈਜ਼ੀਡੈਂਟ ਇਲੈਕਸ਼ਨ ਵਿੱਚ ਉਹਨੂੰ ਜਿਤਾਉਣ 'ਚ ਕਾਮਯਾਬ ਹੋ ਗਈ ਤੇ ਕੀ ਇਹਦਾ ਇਸ਼ਾਰਾ 2019 ਵੱਲ ਵੀ ਆ ਕਿ BJP ਇੱਕ ਸਟਰੋਂਗ ਆਪੋਜੀਸ਼ਨ ਇਲੈਕਸ਼ਨ ਵਿੱਚ ਫੇਸ ਕਰਨ ਜਾ ਰਹੀ ਆ, ਜਾਂ 2019 ਨਾਲ ਮਿਲਾ ਕੇ ਅਸੀਂ ਨਹੀਂ ਦੇਖ ਸਕਦੇ? ਨਹੀਂ ਹਰਪ੍ਰੀਤ ਜੀ, ਜੇ ਇੱਕ ਗੱਠਜੋੜ ਸਟਰੋਂਗ ਬਣ ਜਾਂਦਾ ਹੈ ਔਰ ਉਹ 2019 ਤੱਕ ਕਾਇਮ ਰਹਿੰਦਾ ਹੈ ਤੇ ਕੁਦਰਤੀ ਗੱਲ ਹੈ ਕਿ BJP ਦੇ ਵਾਸਤੇ ਜਿਹੜਾ ਹੈਗਾ ਇਹ ਬਹੁਤ ਵੱਡਾ ਚੈਲੰਜ ਹੋਏਗਾ। ਇਕਜੁੱਟ ਹੋਈ ਜਿਹੜੀ ਵੋਟ ਹੈ ਉਹਦੇ ਮੁਕਾਬਲੇ ਦੇ ਵਿੱਚ ਲੜਾਈ ਲੜਨੀ ਜਿਹੜੀ ਹੈਗੀ ਉਹ ਬੜੀ ਔਖੀ ਹੋ ਜਾਂਦੀ ਹੈ, ਕਿਉਂਕਿ ਜੇ ਵੱਖ-ਵੱਖ ਪਾਰਟੀਆਂ ਦਾ ਜਿਹੜਾ ਇੱਕ ਗੱਠਜੋੜ ਨਹੀਂ ਹੁੰਦਾ, ਜਿਵੇਂ ਆਪਾਂ ਉੜੀਸਾ ਦੀ ਮਿਸਾਲ ਲੈ ਲਓ, ਜੇ ਉੜੀਸਾ ਦੇ ਵਿੱਚ ਅੱਜ ਵਾਲੀ ਸਰਕਾਰ ਰਹਿੰਦੀ ਹੈ ਤਾਂ ਜੇ ਉਹ ਸਾਰੀ ਮੁਲਕ ਦਾ ਗੱਠਜੋੜ ਆਪੋਜੀਸ਼ਨ ਪਾਰਟੀਆਂ ਦਾ ਨਹੀਂ ਹੁੰਦਾ ਹੈਗਾ ਤਦ ਉਹ ਜੋਸ਼ੋ ਖਰੋਸ਼ BJP ਦਾ ਵਿਰੋਧ ਕਰਨ ਦਾ ਉੜੀਸਾ 'ਚ ਸ਼ਾਇਦ ਨਾ ਪੈਦਾ ਹੋਵੇ। ਜਿਹੜਾ ਜੋਸ਼ ਉਹ ਉਸ ਤਰ੍ਹਾਂ ਬਣ ਸਕਦਾ ਹੈ ਜੇ ਸਾਰੀ ਜਿਹੜੀ ਆਪੋਜੀਸ਼ਨ ਹੈ ਸਮੇਤ BJP ਦੀ, ਜੇ ਉੱਥੇ ਦਾ ਜਿਹੜਾ ਬੀਜੂ ਜਨਤਾ ਦਲ ਹੈ ਉਹਦੇ ਸਮੇਤ, ਤਦ ਸਿਨੈਰੀਓ ਦੇ ਵਿੱਚ ਫਰਕ ਪਏਗਾ, ਵੋਟਰ ਦੇ ਉਤਸ਼ਾਹ 'ਚ ਫਰਕ ਪਏਗਾ, ਵਰਕਰ ਦੇ ਉਤਸ਼ਾਹ 'ਚ ਫਰਕ ਪਏਗਾ। ਔਰ ਜਦੋਂ ਸੰਭਾਵਨਾ ਬਣ ਜਾਂਦੀ ਹੈ ਕਿ ਇਹਦੇ ਵਿੱਚ ਅਸੀਂ BJP ਨੂੰ ਵਿਰੋਧ ਕਰਕੇ ਵੱਖਰੀ ਸਰਕਾਰ ਬਣਾ ਸਕਦੇ ਹਾਂ ਤਾਂ ਉਹ ਵੋਟਰ ਨੂੰ ਪ੍ਰੇਰਿਤ ਕਰਨ ਦੇ ਵਿੱਚ ਸਹਾਈ ਹੁੰਦੀ ਹੈ।
ਸੋ ਇੱਕ ਗੱਠਜੋੜ ਦਾ ਔਰ ਇੱਕ ਥਾਂ ਤੇ ਇਕੱਠੇ ਹੋ ਕੇ ਆਪੋਜੀਸ਼ਨ ਵੋਟ ਭੁਗਤਣ ਦਾ ਫਾਇਦਾ ਹੋਏਗਾ ਆਪੋਜੀਸ਼ਨ ਪਾਰਟੀਆਂ ਨੂੰ। ਔਰ ਇਹ ਚੀਜ਼ ਜੇ ਹੁਣ ਤੈਅ ਹੋ ਜਾਂਦੀ ਹੈ ਤਾਂ ਹੁਣ ਤੋਂ ਹੀ ਇਹ ਚੀਜ਼ ਜਿਹੜੀ ਹੈਗੀ ਲੋਕਾਂ 'ਚ ਮੈਸੇਜ ਦੇ ਸਕਦੀ ਹੈ ਜੇ ਆਪੋਜੀਸ਼ਨ ਦਾ ਕੈਂਡੀਡੇਟ ਜਿੱਤ ਜਾਂਦਾ ਹੈ ਜੀ। ਸਬਦੀਸ਼ ਜੀ ਔਰ ਸੀਪੀ ਸਿੰਘ ਜੀ। ਹਾਂਜੀ ਸੁਖੀ ਜੀ। ਜੀ ਹਰਪ੍ਰੀਤ ਜੀ ਦੇਖੋ ਤੁਸੀਂ ਗੱਲ ਕੀਤੀ ਕਿ 2019 ਦੀ ਇਲੈਕਸ਼ਨ ਦੇ ਵਿੱਚ ਜੇ ਆਪੋਜੀਸ਼ਨ ਨੂੰ ਇਹ ਮੁੱਦਾ ਮਿਲ ਜਾਂਦਾ ਹੈ ਕਿ ਉਹ ਹਿੰਦੂਤਵ ਜਾਂ ਆਰਐਸਐਸ ਦਾ ਮੇਨ ਜਿਹੜਾ ਉਹ ਚੱਕ ਕੇ ਤੇ ਇਹਨੂੰ ਕੰਟੈਂਟ ਕਰਨ ਦੀ ਕੋਸ਼ਿਸ਼ ਕਰਨ, ਇਹ ਬਿਲਕੁਲ ਮੁੱਦਾ ਮਿਲ ਨਹੀਂ ਜਾਂਦਾ, ਇਹ ਮੁੱਦਾ ਮਿਲੇਗਾ ਔਰ ਇਸੇ ਚੀਜ਼ ਦੀ ਸ਼ਾਇਦ ਉਹ ਵੇਟ ਕਰ ਰਹੇ ਨੇ। ਔਰ ਜਿੱਥੋਂ ਤੱਕ ਆਰਐਸਐਸ ਔਰ ਬੀਜੇਪੀ ਦੇ ਰਿਲੇਸ਼ਨ ਦੀ ਗੱਲ ਕੀਤੀ ਸੀ, ਮੈਂ ਇਹ ਕਿਹਾ ਸੀ ਕਿ ਬੀਜੇਪੀ ਦੇ ਉੱਪਰ ਆਰਐਸਐਸ ਦਾ ਇਨਫਲੂਐਂਸ ਬਹੁਤ ਜ਼ਿਆਦਾ ਹੁੰਦਾ ਹੈ, तो शायद इसे करके कैंडीडेट के ऊपर जोर दिता जाता है नो डाउट, लेकिन जिस बंदे का इन्फ्लुएंस भी होता है उसके ऊपर भी तुसी उस चीज नु इंपैक्ट पाउण दी कोशिश करते हो। बिल्कुल तुसी जिवें कहा कि 2019 की इलेक्शन दे विच इस मुद्दे नु ऑपोजिशन जिहड़ी लॉबी क्रिएट हो रही है हरप्रीत जी, वो बिल्कुल इस चीज नु उठाएगी और शायद बीजेपी जिहड़ी के एक स्ट्रॉन्ग तुसी कह लो कि पार्टी वालों उभर के इंडिया दे विच स्थापित हुई है हुण, उस चीज का वो फायदा और उस चीज नु उस जो स्टेप भी चकेगी, चाहे वो प्रेसिडेंटशिप की इलेक्शन दे विच होवे, चाहे वो किसी भी इलेक्शन किसी भी स्टेट की इलेक्शन दे विच भी होवे, बहुत फूक के वो चीज चकेगी। और मैनू जो लगता है पर्सनली जे तुसी कहो कि प्रेसिडेंटशिप की इलेक्शन वास्ते वो आरएसएस का कैंडीडेट या कोई होर डिजर्विंग कैंडीडेट की ਜਿਹੜੀ ਚੋਣ ਕਰਦੀ ਹੈ ਉਹ ਚੋਣ ਦੇ ਉੱਪਰ ਬਹੁਤ ਕੁਝ ਡਿਪੈਂਡ ਕਰੇਗਾ, ਕਿਉਂਕਿ ਉਹਨੂੰ ਪਤਾ ਹੈ ਉਹ ਬਹੁਤ ਅੱਛੀ ਤਰ੍ਹਾਂ ਇਹ ਚੀਜ਼ बीजेपी समझ चुकी कह लो या इन्नी देर तो जिहड़े के काम कर रहे ने वो ये चीज तो बिल्कुल गुरेज करनगे कि ऑपोजिशन कोई भी ऐसा दा मुद्दा ना मिले जिहदा कि इंपैक्ट सीधा 2019 की इलेक्शन दे विच पवे। सो शायद इसे करके जिहड़ी ये लॉबी भी जिहड़ी क्रिएट हो रही है, अपोज कर रही है जिहड़ी कि बीजेपी को, वो भी इस चीज की वेट कर रही है कि किवें ना किवें वो अपना कोई कैंडीडेट अनाउंस करन, चाहे वो मुस्लिम कम्युनिटी दे नाल रिलेटेड होवे या वो आरएसएस नाल संबंधित होवे, कोई भी मुद्दा ऑपोजिशन छड्डन नूं बिल्कुल भी पीछे नहीं हटेगी। और शायद इसे करके बीजेपी भी जिहड़ा वो फूक के पैर रख रही है। जे सबदीश जी मैं गल करा तमिलनाडु दे, असीं सारे ही जानते हैं तमिलनाडु विच जो जयललिता जी दे मौत तो बाद मृत्यु तो बाद एक पॉलिटिकल गर्मा गर्मी चल रही है, सत्ता हथियाउण दी एक रेस चल रही है। पार्टी AIADMK फिर तो दो गुटां विच वंडी जा चुकी है, एक पासा शशि कला दा, दूजा पासा पनीर सेल्वम दा। जे असी देखिए ते कांग्रेस अते बीजेपी दोवें ही काफी केयरफुल ने तमिलनाडु नू देख के, किते ना किते प्रेसिडेंट इलेक्शन बीजेपी अते कांग्रेस दोवां दे ध्यान च आ ते दोवें पार्टियां ही कोई गलती नहीं करना चाहुंदियां कि सानू आने वाली प्रेसिडेंट इलेक्शन विच तमिलनाडु तो कोई खतरा होवे। खासकर जे जयललिता जी की गल करिए ते जयललिता जी हमेशा ही जो पार्टी पावर च हुंदी सी ओदा साथ दिंदे सी, पर जे जयललिता जी हुण नहीं आ ते शायद उस पार्टी नू मैनिपुलेट किया जा सकता है या फिर बीजेपी या कांग्रेस अपने वाल करन विच कामयाब हो सकती है। हरप्रीत जी कली कांग्रेस ते बीजेपी ही नहीं, अपोजिशन के तौर के उत्ते भी एक पार्टी है बहुत मजबूत और द्राविड़ विचारधारा वाली, वो भी बहुत अख टकाई बैठी है कि ये अंदर की कुछ वापरदा। ईवन मैं ये कहवांगा कि केरला तो बाद पूरे दे पूरे उस खिते दे विच लैफ्ट दियां पार्टियां जे किसी सूबे दे विच थोड़ियां मजबूत नज़र आउंदियां ने तां वो भी एक तमिलनाडु आ। लैफ्ट दी भी किते ना किते उहदे ते निगाह टिकी हुई है कि घटनाक्रम किवें वापरदा, जिहदे विच ਉਹ ਭਵਿੱਖ ਦੇ ਵਿੱਚ ਕਿਹਦੇ ਨਾਲ ਗੱਠਜੋੜ ਕਰਨਗੇ ਤੇ ਕਿਹੜੇ ਤਰੀਕੇ ਦੇ ਨਾਲ ਪੋਲਿਟਿਕਸ ਦੇ ਵਿੱਚ ਆਪਣੀ ਦਖਲਅੰਦਾਜ਼ੀ ਕਰ ਸਕਣਗੇ, ਸਾਰਿਆਂ ਦੀ ਨਿਗਾਹ ਉਹਦੇ ਉੱਤੇ ਟਿਕੀ ਹੋਈ ਹੈ। ਪਰ ਇੱਕ ਗੱਲ ਜਿਹੜੀ ਤੁਹਾਨੂੰ ਸੋਚਣੀ ਪਵੇਗੀ, ਸਾਨੂੰ ਸਭ ਨੂੰ ਸੋਚਣੀ ਪਵੇਗੀ, ਉਹ ਇਹ ਹੈ ਕਿ ਦੱਖਣ ਭਾਰਤ ਦੀ ਰਾਜਨੀਤੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਪੂਜਾ ਬਿਰਤੀ ਪੈਦਾ ਹੁੰਦੀ ਹੈ ਕਿਸੇ ਵੀ ਨੇਤਾ ਦੇ ਪੱਖ ਦੇ ਵਿੱਚ, ਔਰ ਉਸ ਪੂਜਾ ਬਿਰਤੀ ਨੂੰ ਲੋਕ ਕਿੰਨੀ ਸ਼ਰਧਾ ਦੇ ਨਾਲ ਨਿਭਾਉਂਦੇ ਨੇ। ਈਵਨ ਇੱਕ ਧਾਰਮਿਕ ਸ਼ਰਧਾ ਦੀ ਹੱਦ ਤੱਕ ਜਾ ਕੇ ਜੈਲਲਿਤਾ ਕਿਸੇ ਦੌਰ ਦੇ ਵਿੱਚ ਕੋਈ ਪੋਲੀਟੀਕਲ ਕੈਰੀਅਰ ਨਹੀਂ ਸੀ ਰੱਖਦੀ, ਪਰ ਇੱਕ ਖਾਸ ਬੰਦੇ ਦੇ ਨਾਲ ਜੁੜਾਵ ਹੋਣ ਕਰਕੇ, ਉਹਦੇ ਨਾਲ ਨੇੜਤਾ ਹੋਣ ਕਰਕੇ
ਉਹ ਪੋਲੀਟੀਕਲ ਖੇਤਰ ਦੇ ਵਿੱਚ ਆ ਜਾਂਦੀ ਹੈ ਔਰ ਪੋਲੀਟੀਕਲ ਖੇਤਰ ਦੇ ਵਿੱਚ ਅੰਮਾ ਦੇ ਨਾਂ ਦੇ ਉੱਤੇ ਉਹ ਇੰਨੀ ਮਜ਼ਬੂਤ ਔਰ ਇੰਨੀ ਪ੍ਰਵਾਨਿਤ ਨੇਤਾ ਬਣ ਜਾਂਦੀ ਹੈ ਕਿ ਉਹਦੇ ਖਿਲਾਫ ਜਿੰਨੇ ਮਰਜ਼ੀ ਕੇਸ ਬਣ ਗਏ ਹੋਣ, ਲੋਕਾਂ ਦੇ ਮਨਾਂ ਅੰਦਰ ਉਹਦਾ ਸਤਿਕਾਰ ਕਦੇ ਨਹੀਂ ਮਰਿਆ ਆਖਰੀ ਦਿਨ ਤੱਕ ਵੀ। ਸ਼ਸ਼ੀ ਕਲਾ ਜਿਹਦੇ ਉੱਤੇ ਬਹੁਤ ਵੱਡੇ ਵੱਡੇ ਇਲਜ਼ਾਮ ਲੱਗੇ ਹੋਏ ਸਨ, ਪਰ ਕਿਉਂਕਿ ਉਹ ਅੰਮਾ ਦੀ ਸਭ ਤੋਂ ਨੇੜਲੀ ਸਹੇਲੀ ਸੀ, ਇਹਦੇ ਬਾਵਜੂਦ ਕਿ ਉਹ ਇਲਜ਼ਾਮਾਂ ਦੀ ਮਾਰ ਹੇਠ ਆ ਲੋਕਾਂ ਨੇ ਜਿਵੇਂ MLAs ਨੇ ਜਿਵੇਂ ਉਹਨੂੰ ਵੀ ਪ੍ਰਵਾਨ ਕਰ ਲਿਆ ਸੀ। ਇਹ ਆਪਣੇ ਆਪ ਦੇ ਵਿੱਚ ਇੱਕ ਗੱਲ ਜ਼ਾਹਰ ਕਰਦਾ ਕਿ ਕਿੰਨੀ ਵੱਡੀ ਭਗਤੀ ਭਾਵਨਾ ਹੈ। ਅੰਮਾ ਦੀ ਦੋਸਤ ਹੋਣਾ ਵੀ ਲੋਕਾਂ ਦੇ ਲਈ ਕਿੰਨਾ ਵੱਡਾ ਅਹਿਮ ਮੁੱਦਾ ਬਣ ਜਾਂਦਾ ਔਰ ਉਹਦੇ ਵਿੱਚ ਬਾਈ ਚਾਂਸ ਜਿਹੜਾ ਕੋਰਟ ਦਾ ਫੈਸਲਾ ਆ ਗਿਆ ਜਿਹਨੇ ਸਾਰੀ ਦੀ ਸਾਰੀ ਤਸਵੀਰ ਬਦਲ ਦਿੱਤੀ ਹੈ। ਔਰ ਇੰਨੀ ਬਦਲੀ ਹੋਈ ਤਸਵੀਰ ਦੇ ਵਿੱਚ ਵੀ ਸ਼ਸ਼ੀ ਕਲਾ ਜਿਨ੍ਹਾਂ ਨੂੰ ਨਾਮਜ਼ਦ ਕਰ ਰਹੀ ਆ ਉਹ ਦੂਸਰਿਆਂ ਨਾਲੋਂ ਤੁਹਾਨੂੰ ਪਾਵਰਫੁਲ ਨਜ਼ਰ ਆਉਂਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਤਸਵੀਰ ਆ। ਪਾਵਰਫੁਲ ਧੜਾ ਕਿੰਨੀ ਤਾਕਤ ਆਪਣੀ ਜਥੇਬੰਦ ਰੱਖ ਸਕਦਾ ਵਾ, ਵਿਰੋਧੀ ਧੜਾ ਉਹਦੀ ਕਿੰਨੀ ਉਹਦੇ ਵਿੱਚ ਸੰਨ ਮਾਰ ਸਕਦਾ ਵਾ, ਉਸ ਤੋਂ ਬਾਅਦ ਆਪੋਜੀਸ਼ਨ ਦਾ ਰੋਲ ਕੀ ਬਣਦਾ ਵਾ, ਇਹ ਅਸੀਂ ਜਦੋਂ ਕਦੇ ਵੀ ਤਮਿਲਨਾਡੂ ਦੇ ਵਿੱਚ ਚੋਣਾਂ ਹੋਣਗੀਆਂ, ਚਾਹੇ ਉਹ ਚੋਣਾਂ ਲੋਕ ਸਭਾ ਦੀਆਂ ਹੋਣ ਤੇ ਚਾਹੇ ਵਿਧਾਨ ਸਭਾ ਦੀਆਂ ਹੋਣ, ਉਦੋਂ ਅਸੀਂ ਕਿਸੇ ਨਵੇਂ ਰੰਗ ਦੇ ਵਿੱਚ ਵੇਖ ਸਕਾਂਗੇ। ਪਰ ਅੱਜ ਦੀ ਤਰੀਕ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸ਼ਸ਼ੀ ਕਲਾ ਗਰੁੱਪ ਜਿਹੜਾ ਅੰਮਾ ਦੇ ਨਾਂ ਦੇ ਉੱਤੇ ਪੋਲਿਟਿਕਸ ਕਰ ਰਿਹਾ ਉਹ ਕੋਈ ਮਾਤ ਖਾਣ ਦੇ ਵਿੱਚ ਜਾ ਰਿਹਾ ਵਾ। ਥੋੜਾ ਕਮਜ਼ੋਰ ਹੋ ਸਕਦਾ ਪਰ ਸਰਕਾਰ ਉਹਦੀ ਹੀ ਬਣਨ ਜਾ ਰਹੀ ਹੈ। ਜੀ ਸੀਪੀ ਸਿੰਘ ਜੀ ਕੀ ਜੇ ਥੋੜੀ ਜੀ ਸਮਾਂ ਜ਼ਿਆਦਾ ਨਹੀਂ ਬਚਿਆ ਪਰ ਆਪਾਂ ਨੂੰ ਤਾਮਿਲਨਾਡੂ ਪੋਲਿਟਿਕਸ ਦੀ ਗੱਲਬਾਤ ਕਰਨ ਦਾ ਕਿਸੇ ਦਿਨ ਮੌਕਾ ਵੀ ਨਹੀਂ ਮਿਲਿਆ। ਜੇ ਤੁਸੀਂ ਦੋਵੇਂ ਵੀ ਕਮੈਂਟ ਕਰਨਾ ਚਾਹੋ ਤਾਮਿਲਨਾਡੂ ਦੀ ਸਿਚੁਏਸ਼ਨ ਦੇ, ਇੱਕ ਪਾਸੇ ਸ਼ਸ਼ੀ ਕਲਾ ਜੋ ਕਿ ਲਗਭਗ 120 MLA ਨੂੰ ਲੈ ਕੇ ਰਿਜ਼ੋਰਟ ਵਿੱਚ ਰੁਕੇ ਹੋਏ ਸੀ, ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਸਾਰੀ ਦੀ ਸਾਰੀ ਸਿਚੁਏਸ਼ਨ ਚੇਂਜ ਹੋ ਚੁੱਕੀ ਆ। ਜਿੱਦਾਂ ਕਿ ਸਬਦੀਸ਼ ਜੀ ਨੇ ਕਿਹਾ ਕਿ ਖੇਮਾ ਤੇ ਸ਼ਸ਼ੀ ਕਲਾ ਦਾ ਹੀ ਅਜੇ ਭਾਰੂ ਲੱਗਦਾ ਵਾ, ਪਰ ਕੁਝ ਐਨਾਲਿਸਟ ਦੀ ਮੰਨੀਏ ਤੇ ਜਾਂ ਇਤਿਹਾਸ ਥੋੜੀ ਜਿਹੀ ਨਿਗਾਹ ਮਾਰੀਏ ਤੇ ਕਦੀ ਵੀ ਉਹ ਪਾਰਟੀਆਂ ਜਾਂ ਉਹ ਰਾਜਨੇਤਾ ਜਿਨ੍ਹਾਂ ਨੇ MLA ਨੂੰ ਕੈਦ ਕਰਕੇ ਰੱਖਿਆ ਹੋਏ ਆਪਣੀ ਬਹੁਮਤ ਸਾਬਿਤ ਕਰਨ ਚ ਕਾਮਯਾਬ ਨਹੀਂ ਹੋਏ। ਮੈਂ ਇਹ ਨਹੀਂ ਕਹਿ ਰਿਹਾ ਹਮੇਸ਼ਾ ਹੀ, ਜ਼ਿਆਦਾਤਰ। ਤੇ ਹੁਣ ਦੀ ਪੋਲੀਟੀਕਲ ਸਿਚੁਏਸ਼ਨ ਦੇਖ ਕੇ ਤਾਮਿਲਨਾਡੂ ਦੀ ਤੁਹਾਨੂੰ ਕੀ ਲੱਗਦਾ ਹੈ ਕਿ ਸ਼ਸ਼ੀ ਕਲਾ ਵਾਲਾ ਖੇਮਾ ਬਹੁਮਤ ਸਾਬਿਤ ਕਰਨ ਚ ਕਾਮਯਾਬ ਹੋਊਗਾ? 113 ਦਾ ਨੰਬਰ ਕ੍ਰਾਸ ਕਰਨਾ ਜੇ ਮੈਂ ਗਲਤ ਨਹੀਂ ਆ, ਤੇ 120 MLA ਦੀ ਸਪੋਰਟ ਸ਼ਸ਼ੀ ਕਲਾ ਵਾਲੇ ਖੇਮੇ ਵੱਲੋਂ ਦੱਸੀ ਜਾ ਰਹੀ ਹੈ ਸਾਡੇ ਕੋਲ ਹੈਗੀ ਆ। ਹਰਪ੍ਰੀਤ ਜੀ ਜਿਹੜਾ ਪੂਰੇ ਦਾ ਪੂਰਾ ਐਪੀਸੋਡ ਹੋਇਆ ਸ਼ਸ਼ੀ ਕਲਾ ਵਾਲਾ, ਦੇਖੋ ਇੱਕ ਚੀਜ਼ ਉਹਦੇ ਵਿੱਚ ਦੇਖਣ ਵਾਲੀ ਬਹੁਤ ਅਹਿਮ ਜਿਹੜੀ ਹੈਗੀ ਹੈ ਉਹ ਇਹ ਹੈ ਕਿ ਸ਼ਸ਼ੀ ਕਲਾ ਨੇ ਜਦੋਂ ਸਰੈਂਡਰ ਕੀਤਾ ਉਹ ਆਪਣੀ ਪਲੀ ਦੇ ਡਿਕਲਾਈਨ ਦੇ ਵਿੱਚ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਹੈ ਔਰ ਜਦੋਂ ਉਹਨਾਂ ਨੇ MLAs ਨੂੰ ਤੁਸੀਂ ਕਹਿ ਲਓ ਕਿ ਆਪਣੇ ਉਹਦੇ ਵਿੱਚ ਕੈਦ ਕਰਕੇ ਰੱਖਿਆ ਹੋਇਆ ਸੀ, ਉਸ ਚੀਜ਼ ਨੂੰ ਪੂਰੇ ਦਾ ਪੂਰਾ ਜੇਕਰ ਸੀਨ ਤੇ ਅਸੀਂ ਨਜ਼ਰ ਮਾਰੀਏ ਤਾਂ ਸ਼ਾਇਦ ਇਹ ਬਹੁਤ ਜ਼ਿਆਦਾ ਇੰਪੈਕਟ ਨਹੀਂ ਪਾਉਣ ਵਾਲਾ, ਕਿਉਂਕਿ ਸ਼ਸ਼ੀ ਕਲਾ ਦਾ ਜਿਹੜਾ ਤੁਸੀਂ ਕਹਿ ਲਓ ਕਿ ਅਗਰ ਜਦੋਂ ਜੈਲਲਿਤਾ ਵੀ ਸੀਗੇ ਉੱਥੇ ਉਦੋਂ ਵੀ ਉਹ ਚੀਜ਼ ਨੂੰ ਜਿਹੜੀ ਲੋਕ ਸੀਗੇ ਉਹ ਉਹਨਾਂ ਦੇ ਬਹੁਤ ਸਪੋਰਟ ਦੇ ਵਿੱਚ ਸੀਗੇ ਔਰ ਸ਼ਾਇਦ ਸ਼ਸ਼ੀ ਕਲਾ ਨੇ ਉਹ ਸੇਮ ਚੀਜ਼ ਅਡਾਪਟ ਕੀਤੀ ਹੈ। ਨੋ ਡਾਊਟ ਸਰੈਂਡਰ ਕਰਨਾ ਸ਼ਾਇਦ ਉਹਨਾਂ ਦੇ ਉਹਨਾਂ ਦੇ ਪੋਜ਼ਿਟਿਵ ਹੀ ਇੰਪੈਕਟ ਲੈ ਕੇ ਆਏਗਾ ਉਹਦੇ ਵਿੱਚ। ਨੋ ਡਾਊਟ ਇਹਦੇ ਵਿੱਚ ਉਹਨਾਂ ਨੇ ਗਲਤੀ ਜਿਹੜੀ ਸੁਪਰੀਮ ਕੋਰਟ ਵੱਲੋਂ ਦਿਖਾਈ ਗਈ ਉਹ ਕੀਤੀ ਗਈ ਹੈ, ਲੇਕਿਨ ਲੋਕਾਂ ਦੇ ਵਿੱਚ ਹਲੇ ਵੀ ਉਹਨਾਂ ਦੇ ਪ੍ਰਤੀ ਜਿਹੜਾ ਅਫੈਕਸ਼ਨ ਕਹਿ ਲਓ ਜਾਂ ਉਹਨਾਂ ਦੇ ਪ੍ਰਤੀ ਉਹ ਜਿਹੜੇ ਭੁਗਤਦੇ ਨੇ ਉਹ ਸਾਰਾ ਕੁਝ ਹਲੇ ਪ੍ਰੈਜ਼ੈਂਟ ਹੈ। ਬਹੁਤਾ ਜ਼ਿਆਦਾ ਇੰਪੈਕਟ ਇਹਦੇ ਤੇ ਨਹੀਂ ਪੈਣਾ ਔਰ ਸ਼ਾਇਦ ਜਿਹੜਾ ਤੁਸੀਂ 113 ਫਿਗਰ ਦੀ ਗੱਲ ਕਰ ਰਹੇ ਹੋ ਉਹ ਜਿਹੜਾ ਹੈ ਉਹ ਉਹਨਾਂ ਨੂੰ ਪਾਰ ਕਰਨਾ ਉਹਨਾਂ ਲਈ ਆਸਾਨ ਹੋਏਗਾ ਔਰ ਬਹੁਤਾ ਮੁਸ਼ਕਲ ਨਹੀਂ ਹੋਏਗਾ। ਔਰ ਮੈਨੂੰ ਜੋ ਪਰਸਨਲੀ ਇਹ ਲੱਗਦਾ ਹੈ, ਜੋ ਮੈਂ ਪੂਰਾ ਇਹ ਕੱਲ ਐਪੀਸੋਡ ਨੂੰ ਦੇਖ ਰਿਹਾ ਸੀ, ਜਿਹੜਾ ਉਹਨਾਂ ਦਾ ਸਰੈਂਡਰ ਕਰਨ ਦਾ ਜਿਹੜਾ ਨੋ ਡਾਊਟ ਉਹਨਾਂ ਨੂੰ ਕਰਨਾ ਪੈਣਾ ਹੀ ਸੀਗਾ, ਲੇਕਿਨ ਆਪਣੇ ਆਪ ਜਿਹੜਾ ਸਰੈਂਡਰ ਕਰਨਾ ਉਹਨਾਂ ਨੇ ਸਟੈਪ ਚੱਕਿਆ ਹੈ ਉਹ ਸ਼ਾਇਦ ਇਹਨਾਂ ਨੂੰ ਜਿਹੜੀ ਇਹਨਾਂ ਦੀ ਡਿੱਗਦੀ ਹੋਈ ਜਿਹੜੀ ਸਾਖ ਸੀ ਉਸ ਨੂੰ ਤੁਸੀਂ ਕਹਿ ਲਓ ਕਿ ਬਚਾ ਲੇਗਾ ਔਰ ਬਹੁਤਾ ਜ਼ਿਆਦਾ ਨੈਗੇਟਿਵ ਇੰਪੈਕਟ ਨਹੀਂ ਇੱਥੇ ਪੈਣ ਵਾਲਾ। ਔਰ ਸ਼ਾਇਦ ਇਸੇ ਕਰਕੇ ਜਿਹੜੇ ਲੋਕ ਵੀ ਹੈਗੇ ਨੇ ਉਹਨਾਂ ਦੀ ਸਪੋਰਟ ਦੇ ਵਿੱਚ ਹਲੇ ਵੀ ਉਹਦੇ ਦੇ ਉਹ ਸੇਮ ਉਸੇ ਤਰ੍ਹਾਂ ਖੜੇ। ਮੇਰੀ ਸ਼ਾਇਦ ਫੋਨ ਲਾਈਨ ਕੱਟ ਗਈ ਹੈ, ਜੇ ਮੇਰੀ ਆਵਾਜ਼ ਨਹੀਂ ਆ ਰਹੀ। ਹਰਪ੍ਰੀਤ ਜੀ ਅਸਲ ਦੇ ਵਿੱਚ ਗੱਲ ਇਸ ਤਰ੍ਹਾਂ ਹੈ, 110 ਦਾ ਤੁਸੀਂ ਕਿਹਾ 10 ਜਿਹੜੇ MLA ਜਿਹੜੇ ਉਹਨਾਂ ਦੇ ਹੈਗੇ ਸੀ NDMK ਦੇ 10 MLA ਪਨੀਰ ਸੈਲਵਮ ਦੇ ਨਾਲ ਖੜੇ ਨੇ। ਜੇ ਸ਼ਸ਼ੀ ਕਲਾ ਗਰੁੱਪ ਜਿਹੜਾ ਹੈਗਾ ਬਿਲਕੁਲ ਸਿਕਿਉਰ ਹੁੰਦਾ ਤਾਂ ਉਹਨਾਂ ਨੂੰ ਆਪਣਾ 120 ਬੰਦਾ ਜਿਹੜਾ ਹੈਗਾ ਉਹ ਇੱਕ ਪਾਸੇ ਇਸ ਤਰ੍ਹਾਂ ਰਿਜ਼ੋਰਟ 'ਚ ਰੱਖਣ ਦੀ ਲੋੜ ਨਹੀਂ ਸੀ ਪੈਣੀ। ਕਿਤੇ ਨਾ ਕਿਤੇ ਉਹਨਾਂ ਨੂੰ ਸ਼ੱਕ ਹੈ
ਕਿਉਂਕਿ ਜੇ ਉਹਨਾਂ ਦੇ 10 ਕੁ ਬੰਦੇ ਵੀ ਹੋਰ ਟੁੱਟ ਜਾਂਦੇ ਨੇ ਔਰ ਉਹ 110 ਦਾ ਅੰਕੜਾ ਜਿਹੜਾ ਹੈਗਾ 113 ਦਾ ਅੰਕੜਾ ਉਹ ਗਿਰ ਜਾਂਦਾ ਹੈ ਤਾਂ ਜਿਹੜੀ ਡੀਐਮਕੇ ਆ ਉਹ ਬਿਲਕੁਲ ਇਹਨਾਂ ਦਾ ਵਿਰੋਧ ਕਰਦੇ ਕਿ ਜੇ ਕੁਝ ਇਹਨਾਂ ਦੇ ਐਮਐਲਏ 20 ਕੁ ਦੂਜੇ ਪਾਸੇ ਚਲੇ ਗਏ ਤਾਂ ਸਰਕਾਰ ਜਿਹੜੀ ਹੈਗੀ ਉਹ ਜਿਹੜੀ ਉਹਨਾਂ ਦੇ ਕੀ ਨਾਂ ਉਹਦਾ ਪੈਨੀ ਕੁਛ ਇਸ ਤਰ੍ਹਾਂ ਕਰਕੇ ਨਾਂ ਹੈ ਜਿਹੜੇ ਸ਼ਸ਼ੀ ਕਲਾ ਦੇ ਨੌਮੀਨੀ ਨੇ ਤਾਂ ਉਹਨਾਂ ਦੀ ਸਰਕਾਰ ਗਿਰ ਸਕਦੀ ਹੈ ਔਰ ਗਿਰਨ ਤੋਂ ਬਾਅਦ ਜਿਹੜੀਆਂ ਹੈਗੀਆਂ ਉੱਥੇ ਦੁਬਾਰਾ ਚੋਣਾਂ ਵੀ ਹੋ ਸਕਦੀਆਂ ਨੇ ਸੋ ਇਸੇ ਕਰਕੇ ਉਹ ਬਹੁਤ ਫੂਕ ਕੇ ਪੈਰ ਰੱਖ ਰਹੇ ਨੇ ਜਦੋਂ ਤੱਕ ਉਹਨਾਂ ਦੇ ਜਿਹੜੇ ਐਮਐਲਏ ਨੇ ਜਿਹੜੇ ਇੱਕ ਤਾਂ ਉਹਨਾਂ ਨੇ ਰਿਜ਼ੋਰਟ 'ਚ ਰੱਖੇ ਨੇ ਉਹ ਅਸੈਂਬਲੀ ਦੇ ਫਲੋਰ ਤੇ ਆ ਕੇ ਉਹਨਾਂ ਦੇ ਹੱਕ 'ਚ ਵੋਟ ਨਹੀਂ ਪਾ ਦਿੰਦੇ ਜਦ ਤੱਕ ਉੱਥੇ ਦਾਅਵੇ ਨਾਲ ਕੁਝ ਕਹਿਣਾ ਮੈਨੂੰ ਨਹੀਂ ਲੱਗਦਾ ਸਹੀ ਹੋਏਗਾ ਫਲੋਰ ਤੇ ਆ ਕੇ ਹੀ ਫੈਸਲਾ ਹੋਣਾ ਤੇ ਉਦੋਂ ਸਾਰੀ ਸਥਿਤੀ ਸਪਸ਼ਟ ਹੋਏਗੀ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖੀਏ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਡਿਸਕਸ਼ਨ ਪਸੰਦ ਆਈ ਹੋਊਗੀ ਇੱਥੇ ਅਸੀਂ ਲਵਾਂਗੇ ਛੋਟੀ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਤੇ ਪੰਜਾਬ ਅਤੇ ਪੰਜਾਬ ਤੋਂ ਰਿਲੇਟਡ ਕੁਝ ਮੁੱਦੇ ਤੁਹਾਡੇ ਨਾਲ ਸਾਹਮਣੇ ਲੈ ਕੇ ਆਵਾਂਗੇ ਇੱਕ ਲੈਂਦੇ ਹਾਂ ਛੋਟੀ ਜੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ